ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਅਸੀਂ ਹੁਣ ਇਸ ਟ੍ਰਿਪਲ ਇੰਟੀਗਰਲ ਨੂੰ ਕੰਟੀਨਿਊ ਰੱਖਾਂਗੇ। ਅਸੀਂ ਡਬਲ ਇੰਟੀਗਰਲ ਅਤੇ ਡਬਲ ਇੰਟੀਗਰਲ ਦੀਆਂ ਕਈ ਹੋਰ ਐਪਲੀਕੇਸ਼ਨਾਂ ਦਾ ਮੁਲਾਂਕਣ ਪਹਿਲਾਂ ਹੀ ਪੂਰਾ ਕਰ ਲਿਆ ਹੈ। ਅੱਜ ਅਸੀਂ ਟ੍ਰਿਪਲ ਇੰਟੀਗਰਲ ਦੇ ਬਾਰੇ ਜਾਣਾਂਗੇ। ਇਸ ਲਈ ਖਾਸ ਤੌਰ ਤੇ ਇਸ ਲੈਕਚਰ ਵਿੱਚ ਅਸੀਂ ਮੁਲਾਂਕਣ ਭਾਗ ਨੂੰ ਦੇਖਾਂਗੇ। ਪਹਿਲਾਂ ਇਸ ਟ੍ਰਿਪਲ ਇੰਟੀਗਰਲ ਨੂੰ ਕਿਵੇਂ ਪਰਿਭਾਸ਼ਿਤ ਕਰਨਾ ਹੈ, ਇਸ ਲਈ ਸਾਨੂੰ ਉਹੀ ਕਰਨ ਦੀ ਜ਼ਰੂਰਤ ਹੋਵੇਗੀ ਜੋ ਅਸੀਂ ਡਬਲ ਇੰਟੀਗਰਲ ਲਈ ਕੀਤਾ ਸੀ। ਇਸ ਲਈ ਹੁਣ ਅਸੀਂ ਦਿੱਤੇ ਗਏ ਰੀਜਨ ਨੂੰ ਵਿਭਾਜਿਤ ਕਰਦੇ ਹਾਂ। ਹੁਣ ਸਾਡਾ ਰੀਜਨ 3 ਡਾਇਮੈਂਸ਼ਨਲ ਸਪੇਸ ਵਿੱਚ 3 ਡਾਇਮੈਂਸ਼ਨਲ ਹੋਵੇਗਾ। ਅਸੀਂ ਉਸ ਰੀਜਨ ਨੂੰ n ਸਬ ਰੀਜਨਸ ਵਿੱਚ ਵਿਭਾਜਿਤ ਕਰਾਂਗੇ ਅਤੇ ਅਸੀਂ ਇਹਨਾਂ ਸਬ ਰੀਜਨਸ ਦੇ ਵੋਲਿਊਮ ਨੂੰ ਡੈਲਟਾ V1, ਡੈਲਟਾ V2, ਡੈਲਟਾ Vn ਕਹਿੰਦੇ ਹਾਂ। ਇਸ ਲਈ ਹੁਣ ਸਾਡੇ ਕੋਲ 3 ਡਾਇਮੈਂਸ਼ਨਲ ਸਪੇਸ ਹੈ ਅਤੇ ਅਸੀਂ ਇਸ ਨੂੰ ਛੋਟੇ ਰੀਜਨਸ ਵਿੱਚ ਵਿਭਾਜਿਤ ਕੀਤਾ ਹੈ ਅਤੇ ਹਰੇਕ ਰੀਜਨ ਲਈ ਅਸੀਂ ਇਸ ਦੇ ਵੋਲਿਊਮ ਨੂੰ ਇਸ ਡੈਲਟਾ V1, ਡੈਲਟਾ V2 ਅਤੇ ਡੈਲਟਾ Vn ਦੁਆਰਾ ਦਰਸਾਉਂਦੇ ਹਾਂ। ਅਤੇ ਹੁਣ ਅਸੀਂ ਇੱਕ ਪੁਆਇੰਟ xj, yj ਅਤੇ zj ਨੂੰ jth ਸਬ ਰੀਜਨ ਵਿੱਚ ਇੱਕ ਆਰਬਿਟਰੇਰੀ ਪੁਆਇੰਟ ਕਹਿੰਦੇ ਹਾਂ। ਇਹ ਉਸਦੇ ਵਾਂਗ ਹੀ ਹੈ ਜੋ ਅਸੀਂ 2 ਡਾਇਮੈਂਸ਼ਨਲ ਦੇ ਕੇਸ ਵਿੱਚ ਕੀਤਾ ਹੈ। ਅਸੀਂ ਡੋਮੇਨ ਨੂੰ 2 ਡਾਇਮੈਂਸ਼ਨਲ ਡੋਮੇਨ ਨੂੰ ਛੋਟੇ ਭਾਗਾਂ, ਛੋਟੇ ਸੈੱਲਾਂ ਵਿੱਚ ਵਿਭਾਜਿਤ ਕੀਤਾ ਹੈ ਅਤੇ ਫਿਰ ਹਰੇਕ ਸੈੱਲ ਵਿੱਚ ਅਸੀਂ ਇੱਕ ਪੁਆਇੰਟ ਲਿਆ ਹੈ ਅਤੇ ਉਸ ਪੁਆਇੰਟ ਤੇ ਫੰਕਸ਼ਨ ਦੀ ਅਨੁਸਾਰੀ ਵੈਲਿਊ ਨੂੰ ਏਰੀਆ ਨਾਲ ਮਲਟੀਪਲਾਈ ਕੀਤਾ ਗਿਆ ਸੀ ਅਤੇ ਉਸ ਦਾ ਜੋੜ ਕੀਤਾ ਗਿਆ ਸੀ ਅਤੇ ਉਸ ਜੋੜ ਦੀ ਲਿਮਿਟ ਲੈਂਦੇ ਹੋਏ ਅਸੀਂ ਡਬਲ ਇੰਟੀਗਰਲ ਪੇਸ਼ ਕਰਦੇ ਹਾਂ। ਇੱਥੇ ਵੀ ਇਸ ਲਈ ਹੁਣ ਅਸੀਂ ਇਸ ਜੋੜ ਨੂੰ ਕੰਸੀਡਰ ਕਰਾਂਗੇ। ਇਸ ਲਈ ਇਹਨਾਂ ਸਾਰੀਆਂ ਵੋਲਿਊਮਸ ਤੇ ਜੋੜ ਡੈਲਟਾ Vj ਨੂੰ ਫੰਕਸ਼ਨ ਵੈਲਿਊ ਨਾਲ ਮਲਟੀਪਲਾਈ ਕੀਤਾ ਜਾਂਦਾ ਹੈ। ਇਸ ਲਈ ਇਸ ਪੁਆਇੰਟ xj, yj, zj ਤੇ ਫੰਕਸ਼ਨ ਵੈਲਿਊ ਜਿਸਨੂੰ ਅਸੀਂ jth ਸਬ ਰੀਜਨ ਵਿੱਚ ਕੰਸੀਡਰ ਕੀਤਾ ਹੈ ਅਤੇ ਅਸੀਂ ਇਹਨਾਂ ਸਾਰੇ ਰੀਜਨਸ ਨੂੰ ਐਡ ਕਰ ਰਹੇ ਹਾਂ ਜਾਂ ਇਹਨਾਂ ਸਾਰੇ ਰੀਜਨਸ ਤੇ ਇਹ ਮਲਟੀਪਲੀਕੇਸ਼ਨ। ਇਸ ਦਾ ਮਤਲਬ ਹੈ ਕਿ ਇਹ j 0 ਤੋਂ n ਤੱਕ ਬਦਲ ਰਿਹਾ ਹੈ ਅਤੇ ਹੁਣ ਜੇਕਰ ਅਸੀਂ ਇੱਥੇ ਲਿਮਿਟ ਲੈਂਦੇ ਹਾਂ n goes to infinity ਜਾਂ ਦੂਜੇ ਪਾਸੇ ਇਸ ਦੇ ਆਸ-ਪਾਸ ਇਹ ਡੈਲਟਾ Vj 0 ਤੱਕ ਜਾਵੇਗਾ ਕਿਉਂਕਿ ਡੋਮੇਨ ਹੁਣ ਫਿਕਸ ਹੈ। ਇਸ ਲਈ ਅਸੀਂ ਜੇਕਰ n goes to infinity ਹੋਣ ਦੇ ਰਹੇ ਹਾਂ, ਫਿਰ ਸਬ ਰੀਜਨ ਇਨਫਿਨਿਟੀ ਤੱਕ ਚਲੇ ਜਾਣਗੇ, ਜਿਸ ਦਾ ਮਤਲਬ ਹਰੇਕ ਸਬ ਰੀਜਨ ਦਾ ਵੋਲਿਊਮ 0 ਹੋ ਜਾਵੇਗਾ। ਇਹ ਮੰਨਦੇ ਹੋਏ ਕਿ ਜੇਕਰ n ਦੇ ਇਨਫਿਨਿਟੀ ਤੱਕ ਜਾਣ ਦੇ ਤੌਰ ਤੇ ਇਹ ਲਿਮਿਟ ਮੌਜੂਦ ਹੈ, ਉਸ ਕੇਸ ਵਿੱਚ ਅਸੀਂ ਇਸ ਨੂੰ ਇੰਟੀਗਰਲ ਅਤੇ ਟ੍ਰਿਪਲ ਇੰਟੀਗਰਲ ਦੇ ਲਈ 3 ਡਾਇਮੈਂਸ਼ਨਲ ਕੇਸ ਵਿੱਚ ਇਸ ਇੰਟੀਗਰਲ ਲਈ ਨੋਟੇਸ਼ਨ ਕਹਿੰਦੇ ਹਾਂ। ਅਸੀਂ ਇਸ ਨੋਟੇਸ਼ਨ ਦੀ ਵਰਤੋਂ ਕਰਦੇ ਹਾਂ। ਇਸ ਲਈ ਸਾਡੇ ਕੋਲ ਹੁਣ ਇਸ ਇੰਟੀਗਰਲ ਲਈ 3 ਸਿੰਬਲਜ਼ ਹਨ। ਇੱਥੇ ਉਸ ਵੋਲਿਊਮ ਤੇ ਇੰਟੀਗਰਲ ਜੋ ਕਿ ਸਾਡੇ 3 ਡਾਇਮੈਂਸ਼ਨਲ ਪਲੇਨ ਦੇ ਰੀਜਨ ਵਿੱਚ ਇੱਕ ਸਪੇਸ ਹੈ। ਫਿਰ ਸਾਡੇ ਕੋਲ ਇੱਥੇ ਉਸ ਵੋਲਿਊਮ ਤੇ ਸਪੇਸ ਵਿੱਚ ਫੰਕਸ਼ਨ f, x, y, z ਇੰਟੀਗ੍ਰੇਟਿੰਗ ਹਨ ਅਤੇ ਫਿਰ ਦੁਬਾਰਾ ਜੋੜ ਤੋਂ ਪਰਿਭਾਸ਼ਾ ਆ ਰਹੀ ਹੈ ਜਦੋਂ ਅਸੀਂ ਇਸ f ਨੂੰ ਇਸ ਡੈਲਟਾ Vj ਨਾਲ ਜੋੜਿਆ ਹੈ ਅਤੇ ਅਖੀਰ ਤੇ ਇਸ ਲਿਮਿਟ ਨੂੰ ਲੈਂਦੇ ਹਾਂ n ਦੇ ਇਨਫਿਨਿਟੀ ਤੱਕ ਜਾਣ ਵਜੋਂ। ਦੁਬਾਰਾ ਫਿਜ਼ੀਕਲ ਇੰਟਰਪ੍ਰੀਟੇਸ਼ਨ ਜੇਕਰ ਅਸੀਂ ਜਲਦੀ ਨਾਲ ਦੇਖਣਾ ਚਾਹੁੰਦੇ ਹਾਂ। ਇਸ ਲਈ ਜੇਕਰ ਉਦਾਹਰਨ ਲਈ ਇਹ f 1 ਹੁੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਇੱਥੇ ਕੋਈ f ਨਹੀਂ ਹੈ। ਇਸ ਲਈ ਅਸੀਂ ਖਾਸ ਤੌਰ ਤੇ ਹਰੇਕ ਸਬ ਰੀਜਨ ਦੇ ਵੋਲਿਊਮ ਇਸ ਡੈਲਟਾ Vj ਨੂੰ ਜੋੜ ਰਹੇ ਹਾਂ ਅਤੇ ਫਿਰ ਲਿਮਿਟ ਲੈਂਦੇ ਹਾਂ। ਇਸ ਲਈ ਇਸ f ਨੂੰ 1 ਮੰਨ ਕੇ ਸਾਨੂੰ ਦੁਬਾਰਾ ਉਸ ਸਬ ਰੀਜਨ ਦੇ ਵੋਲਿਊਮ ਤੋਂ ਇਲਾਵਾ ਹੋਰ ਕੁਝ ਨਹੀਂ ਮਿਲੇਗਾ। ਡਬਲ ਇੰਟੀਗਰਲ ਦੀ ਵਰਤੋਂ ਕਰਨਾ ਨਾਲ ਹੀ ਅਸੀਂ ਵੋਲਿਊਮ ਦੀ ਗਣਨਾ ਕੀਤੀ ਹੈ, ਜੋ ਕਿ ਡਬਲ ਇੰਟੀਗਰਲ ਦੀਆਂ ਐਪਲੀਕੇਸ਼ਨਾਂ ਵਿੱਚੋਂ ਇੱਕ ਹੈ। ਪਰ ਉਸ ਕੇਸ ਵਿੱਚ ਅਸੀਂ f ਨੂੰ ਇੰਟੀਗਰੈਂਡ ਵਿੱਚ ਕੰਸੀਡਰ ਕਰਦੇ ਹਾਂ ਉਸ ਸਰਫੇਸ ਇੰਟੀਗਰੈਂਡ ਨਾਲ ਡਬਲ ਇੰਟੀਗਰਲ ਅਤੇ ਸਾਨੂੰ ਵੋਲਿਊਮ ਦੇ ਰਿਹਾ ਸੀ। ਪਰ ਹੁਣ ਇਸ ਕੇਸ ਵਿੱਚ ਜਦੋਂ ਅਸੀਂ ਇਸ f ਨੂੰ 1 ਤੇ ਸੈੱਟ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਇਸ ਡੋਮੇਨ ਦਾ ਵੋਲਿਊਮ ਪ੍ਰਾਪਤ ਕਰ ਰਹੇ ਹਾਂ। ਇਸ ਕੇਸ ਵਿੱਚ ਡੋਮੇਨ ਦੀ ਇੰਟੀਗ੍ਰੇਸ਼ਨ ਜਿਸਨੂੰ ਵੀ ਨਾਲ ਦਰਸਾਇਆ ਗਿਆ ਹੈ ਅਤੇ ਸਾਡੇ ਕੋਲ ਐਪਲੀਕੇਸ਼ਨ ਵੀ ਸੀ ਜੋ ਡਬਲ ਇੰਟੀਗਰਲ ਦੇ ਕੇਸ ਵਿੱਚ ਦੂਜੇ ਦੇ ਮਾਮਲੇ ਵਿੱਚ ਡੋਮੇਨ ਦਾ ਏਰੀਆ ਪਤਾ ਲਗਾ ਰਹੇ ਹਨ ਅਤੇ ਉੱਥੇ ਵੀ ਨਿਸ਼ਚਿਤ ਰੂਪ ਵਿੱਚ ਅਸੀਂ ਇਸ ਫੰਕਸ਼ਨ ਨੂੰ 1 ਤੇ ਸੈੱਟ ਕੀਤਾ ਹੈ ਅਤੇ ਇਸ ਫੰਕਸ਼ਨ ਤੋਂ ਬਿਨਾਂ ਇੰਟੀਗ੍ਰੇਟਿੰਗ ਕਰਨ ਨਾਲ ਸਾਨੂੰ ਇੰਟੀਗ੍ਰੇਸ਼ਨ ਦੇ ਡੋਮੇਨ ਦਾ ਏਰੀਆ ਮਿਲੇਗਾ
ਜਾਂ ਇਸ ਕੇਸ ਵਿੱਚ ਜਦੋਂ ਅਸੀਂ ਇਸ f ਨੂੰ 1 ਤੇ ਸੈੱਟ ਕਰਦੇ ਹਾਂ ਤਾਂ ਸਾਨੂੰ ਡੋਮੇਨ ਦਾ ਵੋਲਿਊਮ ਮਿਲੇਗਾ ਕਿਉਂਕਿ ਹੁਣ ਸਾਡੇ ਕੋਲ ਇਸ 3 ਡਾਈਮੈਂਸ਼ਨਲ ਸਪੇਸ ਵਿੱਚ ਵੋਲਿਊਮ ਹੈ। ਇਸ ਲਈ ਇਹ ਵੋਲਿਊਮ ਨੂੰ ਦਰਸਾਉਂਦਾ ਹੈ ਜੇ ਅਸੀਂ ਸੈੱਟ ਕਰਦੇ ਹਾਂ ਕਿ f 1 ਦੇ ਬਰਾਬਰ ਹੈ। ਇਸ ਲਈ ਇਹ ਵੀ ਅਸੀਂ ਟ੍ਰਿਪਲ ਇੰਟੀਗਰਲ ਦੀਆਂ ਐਪਲੀਕੇਸ਼ਨਾਂ ਵਿੱਚੋਂ ਇੱਕ ਦੇਖ ਸਕਦੇ ਹਾਂ। ਟ੍ਰਿਪਲ ਇੰਟੀਗਰਲ ਦਾ ਮੁਲਾਂਕਣ ਕਿਵੇਂ ਕਰਨਾ ਹੈ? ਇਸ ਲਈ ਡਬਲ ਇੰਟੀਗਰਲ ਦੇ ਮੁਲਾਂਕਣ ਬਾਰੇ ਜਾਣਕਾਰੀ ਹੋਣ ਤੇ ਇਹ ਵੀ ਆਸਾਨ ਹੋਵੇਗਾ। ਇਸ ਲਈ ਇਹ ਇਸ ਸਿੰਗਲ ਇੰਟੀਗਰਲ ਦੀ ਇਟਰੇਟਿਵ ਕੰਪਿਊਟੇਸ਼ਨ ਦਾ ਆਈਡੀਆ ਹੈ ਅਤੇ ਫਿਰ ਉਦਾਹਰਣ ਦੇ ਤੌਰ ਤੇ ਜੇਕਰ ਅਸੀਂ ਕੰਸੀਡਰ ਕਰਦੇ ਹਾਂ ਕਿ ਇਹ ਸਭ ਤੋਂ ਜਨਰਲ ਫੋਰਮ ਦਿੱਤੀ ਗਈ ਹੈ, ਇਸ ਲਈ ਇਹ ਇਨਰਮੋਸਟ ਇਨਰ 1 ਇੰਟੀਗਰਲ ਹੈ ਜਿਸ ਨੂੰ x ਦੇ ਸੰਬੰਧ ਵਿੱਚ ਲਿਆ ਗਿਆ ਹੈ। ਬਹੁਤ ਹੀ ਜਨਰਲ ਕੇਸ ਵਿੱਚ ਇਸ x ਦੀ ਲਿਮਿਟ ਇਸ y ਅਤੇ z ਦਾ ਫੰਕਸ਼ਨ ਹੋ ਸਕਦਾ ਹੈ ਜੋ ਫੰਕਸ਼ਨ f ਤੋਂ ਇਸ ਦੇ y ਅਤੇ z ਲਈ ਹੈ। ਇਸ ਲਈ ਨਤੀਜੇ ਵਜੋਂ ਅਸੀਂ ਇਨਰ 1 ਨੂੰ ਇੰਟੀਗਰੇਟ ਕਰਦੇ ਹਾਂ, ਸਾਨੂੰ ਕੋਈ ਫੰਕਸ਼ਨ ਮਿਲੇਗਾ ਕਿਉਂਕਿ x ਤੇ ਅਸੀਂ ਇੰਟੀਗਰੇਟ ਕੀਤਾ ਹੈ। ਇਸ ਲਈ ਹੁਣ ਸਾਨੂੰ x ਨਹੀਂ ਦਿਖੇਗਾ, ਪਰ ਇੱਥੇ ਲਿਮਿਟਸ y z ਦਾ ਫੰਕਸ਼ਨ ਹੋ ਸਕਦੀਆਂ ਹਨ, ਇੱਥੇ y z ਦਾ ਫੰਕਸ਼ਨ ਹੋ ਸਕਦੀਆਂ ਹਨ। ਅਤੇ ਫਿਰ ਸਾਡੇ ਕੋਲ ਇੰਟੀਗਰੈਂਟ ਵਿੱਚ y z ਵੀ ਹੋਵੇਗਾ। ਇਸ ਲਈ ਆਮ ਤੌਰ ਤੇ ਇਨਰ ਇੰਟੀਗਰਲ ਦੇ ਮੁਲਾਂਕਣ ਤੋਂ ਬਾਅਦ ਸਾਨੂੰ y ਅਤੇ z ਦਾ ਇੱਕ ਫੰਕਸ਼ਨ ਮਿਲੇਗਾ। ਫਿਰ ਇੱਕ ਵਾਰ ਇਨਰ ਇੰਟੀਗਰਲ ਦਾ ਮੁਲਾਂਕਣ ਕਰਨ ਤੋਂ ਬਾਅਦ ਹੁਣ y ਦੇ ਸੰਬੰਧ ਵਿੱਚ ਅਸੀਂ ਆਊਟਰ ਇੰਟੀਗਰਲ ਤੇ ਜਾਵਾਂਗੇ। ਇਸ ਲਈ ਹੁਣ ਅਸੀਂ y ਦੇ ਸੰਬੰਧ ਵਿੱਚ ਇੰਟੀਗਰੇਟ ਕਰ ਰਹੇ ਹਾਂ ਅਤੇ y ਦੀਆਂ ਲਿਮਿਟਸ z ਦਾ ਫੰਕਸ਼ਨ ਹੋ ਸਕਦੀਆਂ ਹਨ। ਇਸ ਲਈ ਇਸ ਦੂਸਰੇ ਇਨਰ ਇੰਟੀਗਰਲ ਦੀ ਇੰਟੀਗਰੇਸ਼ਨ ਤੋਂ ਬਾਅਦ ਸਾਨੂੰ z ਦਾ ਕੋਈ ਫੰਕਸ਼ਨ ਮਿਲੇਗਾ ਅਤੇ ਹੁਣ ਅਖੀਰ ਤੇ ਅਸੀਂ ਇਸ x z ਨੂੰ z ਦੇ ਸੰਬੰਧ ਵਿੱਚ ਇੰਟੀਗਰੇਟ ਕਰਾਂਗੇ ਅਤੇ ਹੁਣ ਲਿਮਿਟ ਕੋਨਸਟੈਂਟ ਹੋਣੀ ਚਾਹੀਦੀ ਹੈ ਕਿਉਂਕਿ ਹਮੇਸ਼ਾ ਯਾਦ ਰੱਖੋ ਕਿ ਇਸ ਇੰਟੀਗਰਲ ਦੀ ਵੈਲਿਊ ਕੋਨਸਟੈਂਟ ਹੈ ਅਤੇ ਤੁਹਾਨੂੰ x y ਅਤੇ z ਦਾ ਕੁਝ ਵੀ ਨਹੀਂ ਦਿਖਾਈ ਦੇਵੇਗਾ ਕਿਉਂਕਿ ਆਪਣੇ ਵੋਲਿਊਮ ਵਿੱਚ ਇਸ ਵੀ ਵੋਲਿਊਮ ਦੇ ਉੱਤੇ ਜਾਂ x y z ਦੇ ਸਾਰੇ ਪੁਆਇੰਟਾਂ ਉੱਤੇ ਅਸੀਂ ਇੰਟੀਗਰੇਟ ਕਰਦੇ ਹਾਂ। ਇਸ ਲਈ ਅਖੀਰ ਵਿੱਚ ਇਹ ਫਰੀ ਹੋਵੇਗਾ, ਇਸ ਇੰਟੀਗਰਲ ਵੈਲਿਊ ਵਿੱਚ x y z ਦਾ ਕੁਝ ਵੀ ਨਹੀਂ ਹੋਵੇਗਾ। ਇੱਕ ਵਾਰ ਜਦੋਂ ਸਾਡੇ ਕੋਲ ਇਨਰ 2 ਇੰਟੀਗਰਲ ਦਾ ਮੁਲਾਂਕਣ ਹੈ ਜਿਸ ਨੂੰ ਅਸੀਂ z ਦੇ ਇੱਕ ਫੰਕਸ਼ਨ ਵਾਂਗ ਪ੍ਰਾਪਤ ਕਰ ਰਹੇ ਹਾਂ, ਹੁਣ ਅਸੀਂ z ਦੇ ਸੰਬੰਧ ਵਿੱਚ ਇੰਟੀਗਰੇਟ ਕਰਾਂਗੇ। ਇਸ ਲਈ ਹੁਣ ਆਊਟਰ ਇੰਟੀਗਰਲ ਲਈ ਲਿਮਿਟਸ ਕੋਨਸਟੈਂਟ ਹੋਣੀਆਂ ਚਾਹੀਦੀਆਂ ਹਨ। ਇਸ ਲਈ ਇਹ ਇੱਕ ਜਨਰਲ ਕੰਸੀਡਰੇਸ਼ਨ ਹੈ ਜੋ ਇੰਟੀਗਰਲ ਦੀਆਂ ਲਿਮਿਟਸ ਨੂੰ ਲਿਖਦੇ ਹੋਏ ਸਾਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਨਰ 1 ਨੂੰ ਜਦੋਂ ਅਸੀਂ x ਦੇ ਸੰਬੰਧ ਵਿੱਚ ਇੰਟੀਗਰੇਟ ਕਰਦੇ ਹਾਂ ਤਾਂ ਲਿਮਿਟਸ y ਅਤੇ z ਦਾ ਫੰਕਸ਼ਨ ਹੋ ਸਕਦੀਆਂ ਹਨ। ਦੋਵੇਂ ਲਿਮਿਟਸ ਲੋਅਰ ਅਤੇ ਅਪਰ ਹਨ। ਇਸ ਇੰਟੀਗਰੇਸ਼ਨ ਤੋਂ ਬਾਅਦ x ਨੂੰ ਹਟਾ ਦਿੱਤਾ ਗਿਆ ਹੈ, ਸਾਡੇ ਕੋਲ ਵੇਰੀਏਬਲ ਦਾ ਫੰਕਸ਼ਨ y ਅਤੇ z ਹੈ ਅਤੇ ਫਿਰ ਅਸੀਂ y ਦੇ ਸੰਬੰਧ ਵਿੱਚ ਇੰਟੀਗਰੇਟ ਕਰ ਰਹੇ ਹਾਂ। ਲਿਮਿਟਸ ਅਜੇ ਵੀ z ਦਾ ਫੰਕਸ਼ਨ ਹੋ ਸਕਦੀਆਂ ਹਨ, ਜਿਵੇਂ ਇੱਥੇ psi1 z ਅਤੇ psi2 z। ਇਹ ਲਿਮਿਟਸ z ਦਾ ਫੰਕਸ਼ਨ ਹੋ ਸਕਦੀਆਂ ਹਨ ਅਤੇ ਇਹ ਆਊਟਰ 1 ਫਿਰ z ਦੇ ਲਈ ਕੋਨਸਟੈਂਟ ਲਿਮਿਟ ਹੋਣੀ ਚਾਹੀਦੀ ਹੈ। ਅਤੇ ਹੁਣ ਅਸੀਂ ਇਸ ਇੰਟੀਗਰਲ ਦੀ ਵੈਲਿਊ ਪ੍ਰਾਪਤ ਕਰਾਂਗੇ ਜੋ ਇਸ x, y ਅਤੇ z ਤੋਂ ਫਰੀ ਹੈ। ਇਸ ਲਈ ਇਹ ਸਟਰਕਚਰ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਅਤੇ ਫਿਰ ਡਬਲ ਇੰਟੀਗਰਲ ਦੀ ਤਰ੍ਹਾਂ ਇੰਟੀਗਰੇਸ਼ਨ ਦਾ ਆਰਡਰ ਇੰਪੀਰੀਅਲ ਹੈ। ਜੇਕਰ ਇੰਟੀਗਰੇਸ਼ਨ ਦੀਆਂ ਲਿਮਿਟਸ ਕੋਨਸਟੈਂਟ ਹਨ, ਇਸ ਲਈ ਡਬਲ ਇੰਟੀਗਰਲ ਦੀ ਤਰ੍ਹਾਂ ਇੰਟੀਗਰੇਸ਼ਨ ਦਾ ਆਰਡਰ ਇੰਪੀਰੀਅਲ ਹੈ। ਜੇਕਰ ਇੰਟੀਗਰੇਸ਼ਨ ਦੀਆਂ ਲਿਮਿਟਸ ਕਨਸਟੈਂਟਸ ਹਨ, ਇਸ ਲਈ ਜੇਕਰ ਅਸੀਂ ਕੋਨਸਟੈਂਟ ਲਿਮਿਟਸ ਨਾਲ ਕੰਮ ਕਰ ਰਹੇ ਹਾਂ, ਉਦਾਹਰਣ ਲਈ ਇੱਥੇ x ਦੀਆਂ ਲਿਮਿਟ c ਤੋਂ f ਹਨ, ਇਹ y ਦੇ ਕਨਸਟੈਂਟ c ਤੋਂ d ਹਨ ਅਤੇ z ਦੇ a ਤੋਂ b ਹਨ। ਜੇਕਰ ਇਹ ਲਿਮਿਟਸ ਕੋਨਸਟੈਂਟ ਹਨ ਤਾਂ ਸਾਨੂੰ ਇੰਟੀਗਰੇਸ਼ਨ ਦੇ ਆਰਡਰ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਸਿਰਫ ਅਸੀਂ ਇਸ ਆਰਡਰ ਨੂੰ ਬਦਲ ਸਕਦੇ ਹਾਂ। ਇਸ ਲਈ ਇੱਥੇ x y z ਹੁਣ z y ਅਤੇ x ਹੈ ਅਤੇ ਹੁਣ z ਦੀਆਂ ਲਿਮਿਟਸ a ਤੋਂ b ਹੋਣਗੀਆਂ ਕਿਉਂਕਿ ਇਸ ਇੰਟੀਗਰਲ ਵਿੱਚ ਇੱਥੇ z ਦੀਆਂ ਲਿਮਿਟਸ a ਤੋਂ b ਸਨ, ਇਸ ਲਈ ਇੱਥੇ ਵੀ z a ਤੋਂ b ਹੋਵੇਗਾ। ਇਸੇ ਤਰ੍ਹਾਂ y ਦੀਆਂ ਲਿਮਿਟਸ
C ਤੋਂ D ਹਨ, ਇੱਥੇ ਵੀ y ਦੀਆਂ ਲਿਮਿਟਸ C ਤੋਂ D ਹਨ। ਅਤੇ ਫਿਰ ਆਊਟਰ 1 x ਦੀ ਲਿਮਿਟ ਹੈ, ਇਸ ਲਈ ਇੱਥੇ E ਤੋਂ F, ਸਾਡੇ ਕੋਲ ਇੱਥੇ ਵੀ E ਤੋਂ F ਹੈ, ਇਸ ਲਈ ਅਸੀਂ ਬਸ ਆਰਡਰ ਬਦਲ ਸਕਦੇ ਹਾਂ ਜੇਕਰ ਇੱਥੇ ਇੰਟੀਗਰੇਸ਼ਨ ਦੀ ਰੇਂਜ ਜਾਂ ਇੰਟੀਗਰੇਸ਼ਨ ਦੀ ਲਿਮਿਟ ਕੌਨਸਟੈਂਟ ਹੈ। ਅਤੇ ਅਸੀਂ ਅੱਗੇ ਆਰਡਰ dz, dx, dy ਦੀ ਤਰ੍ਹਾਂ ਬਦਲ ਸਕਦੇ ਹਾਂ। ਅਤੇ ਇਹ ਅਨੁਸਾਰੀ ਲਿਮਿਟਸ ਦੁਬਾਰਾ ਇੰਟੀਗਰਲਸ ਤੇ ਹੋਣਗੀਆਂ। ਇੱਕ ਵਾਰ ਜਦੋਂ ਸਾਡੇ ਕੋਲ ਇੱਥੇ ਇੱਕ ਬਹੁਤ ਹੀ ਜਨਰਲ ਕੇਸ ਵਿੱਚ ਉਪਰੋਕਤ ਦੀ ਤਰ੍ਹਾਂ ਫੰਕਸ਼ਨ ਹਨ, ਫਿਰ ਸਾਡੇ ਲਈ ਜਾਂ ਇੰਟੀਗਰੇਸ਼ਨ ਦੇ ਆਰਡਰ ਨੂੰ ਬਦਲਣਾ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਸਾਨੂੰ ਹੁਣ ਬਹੁਤ ਸਾਵਧਾਨ ਰਹਿਣਾ ਪਵੇਗਾ। ਇੱਕ ਵਾਰ ਜਦੋਂ ਅਸੀਂ ਆਰਡਰ ਨੂੰ ਉਸੇ ਤਰ੍ਹਾਂ ਬਦਲ ਦੇਵਾਂਗੇ ਜੋ ਅਸੀਂ ਦੋ ਵੇਰੀਏਬਲਸ ਦੇ ਕੇਸ ਵਿੱਚ ਕੀਤਾ ਹੈ। ਇੱਕ ਵਾਰ ਜਦੋਂ ਅਸੀਂ ਦੁਬਾਰਾ ਆਰਡਰ ਬਦਲ ਦੇਵਾਂਗੇ ਤਾਂ ਸਾਨੂੰ ਇੰਟੀਗਰੇਸ਼ਨ ਦੀਆਂ ਲਿਮਿਟਸ ਬਾਰੇ ਪਤਾ ਲਗਾਉਣ ਲਈ ਬਹੁਤ ਸਾਵਧਾਨ ਰਹਿਣਾ ਪਵੇਗਾ ਕਿ ਜੇਕਰ ਇਹ ਲਿਮਿਟਸ ਕੌਨਸਟੈਂਟ ਨਹੀਂ ਹਨ, ਜੇ ਲਿਮਿਟਸ ਕੌਨਸਟੈਂਟ ਹਨ, ਕੋਈ ਵੀ ਆਰਡਰ ਨੂੰ ਬਦਲ ਸਕਦਾ ਹੈ। ਇਸ ਲਈ ਇੱਥੇ ਹੁਣ ਅਸੀਂ ਮੁਲਾਂਕਣ ਕਰਾਂਗੇ। ਇਸ ਲਈ ਇਹ ਪਹਿਲੀ ਉਦਾਹਰਣ ਹੈ ਜਿਸ ਨੂੰ ਅਸੀਂ ਕੰਸੀਡਰ ਕਰਾਂਗੇ, ਉਹ ਹੈ ਕਿ ਐਕਸਪੋਨੈਂਸ਼ੀਅਲ ਫੰਕਸ਼ਨ e ਪਾਵਰ x ਪਲਸ y ਪਲਸ z। ਇਹ ਬਹੁਤ ਹੀ ਸਰਲ ਫੰਕਸ਼ਨ ਹੈ ਅਤੇ ਅਸੀਂ zy ਅਤੇ ਫਿਰ x ਦੇ ਸੰਬੰਧ ਵਿੱਚ ਇੰਟੀਗਰੇਟ ਕਰਨਾ ਚਾਹੁੰਦੇ ਹਾਂ। ਇਸ ਲਈ ਇਨਰ 1 z ਦੇ ਸੰਬੰਧ ਵਿੱਚ ਹੈ ਅਤੇ ਲਿਮਿਟਸ 0 ਤੋਂ x ਪਲਸ y ਹਨ ਅਤੇ y ਲਈ ਲਿਮਿਟਸ 0 ਤੋਂ x ਦੇ ਰੂਪ ਵਿੱਚ ਦਿੱਤੀਆਂ ਗਈਆਂ ਹਨ ਅਤੇ x ਲਈ ਲਿਮਿਟਸ 0 ਤੋਂ a ਦਿੱਤੀਆਂ ਗਈਆਂ ਹਨ। ਜੇਕਰ ਤੁਸੀਂ ਇਸ ਨੂੰ ਇੰਟੀਗਰੇਟ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਸਾਨੂੰ z ਦੇ ਸੰਬੰਧ ਵਿੱਚ ਇੰਟੀਗਰੇਟ ਕਰਨਾ ਪਵੇਗਾ। ਇਸ ਲਈ z ਦੇ ਸੰਬੰਧ ਵਿੱਚ ਜਦੋਂ ਅਸੀਂ ਇਸ ਫੰਕਸ਼ਨ e ਪਾਵਰ x ਪਲਸ y ਪਲਸ z ਨੂੰ ਇੰਟੀਗਰੇਟ ਕਰਦੇ ਹਾਂ, ਸੁਭਾਵਿਕ ਹੀ ਇਸ x ਪਲਸ y ਨੂੰ ਕੌਨਸਟੈਂਟ ਵਜੋਂ ਮੰਨਿਆ ਜਾਵੇਗਾ ਅਤੇ ਅਸੀਂ ਇਸ ਨੂੰ ਇੰਟੀਗਰੇਟ ਕਰ ਸਕਦੇ ਹਾਂ। ਇਸ ਲਈ e ਪਾਵਰ x ਪਲਸ y ਪਲਸ z ਫਿਰ ਦੁਬਾਰਾ ਐਕਸਪੋਨੈਂਸ਼ੀਅਲ ਫੰਕਸ਼ਨ e ਪਾਵਰ x ਪਲਸ y ਪਲਸ z ਹੋਵੇਗਾ ਅਤੇ z ਦੇ ਨਾਲ ਕੋਈ ਫੈਕਟਰ ਜਾਂ ਕੁਝ ਵੀ ਨਹੀਂ ਹੈ। ਇਸ ਦਾ ਇੰਟੀਗਰਲ ਉਹੀ ਫੰਕਸ਼ਨ ਹੋਵੇਗਾ ਜੋ ਐਕਸਪੋਨੈਂਸ਼ੀਅਲ ਫੰਕਸ਼ਨ e ਪਾਵਰ x ਪਲਸ y ਪਲਸ z ਹੈ। ਅਤੇ ਅਸੀਂ ਹੁਣ ਲਿਮਿਟਸ ਲਿਖਾਂਗੇ। ਇਸ ਲਈ ਲੋਅਰ ਲਿਮਿਟ 0 ਹੈ ਅਤੇ ਅਪਰ ਲਿਮਿਟ x ਪਲਸ y ਹੈ। ਅਸੀਂ ਇਹਨਾਂ ਨੂੰ ਸਬਸਟੀਟਿਊਟ ਕਰ ਸਕਦੇ ਹਾਂ। ਇਸ ਲਈ ਇੱਕ ਵਾਰ ਜਦੋਂ ਅਸੀਂ z x ਪਲਸ y ਦੀ ਇਸ ਲਿਮਿਟ ਨੂੰ ਲਿਖਦੇ ਹਾਂ, ਇਸ ਲਈ ਇਹ 2 ਟਾਈਮਸ x ਪਲਸ y x ਪਲਸ y ਉੱਥੇ ਪਹਿਲਾਂ ਹੀ ਸੀ, ਫਿਰ z ਨੂੰ x ਪਲਸ y ਵਜੋਂ ਸਬਸਟੀਟਿਊਟ ਕੀਤਾ ਜਾਂਦਾ ਹੈ। ਸਾਨੂੰ ਐਕਸਪੋਨੈਂਸ਼ੀਅਲ ਪਾਵਰ 2 ਟਾਈਮ ਆਫ x ਪਲਸ y ਅਤੇ ਮਾਈਨਸ ਲੋਅਰ ਲਿਮਿਟ ਪ੍ਰਾਪਤ ਹੋ ਰਹੀ ਹੈ। ਇਸ ਲਈ z ਨੂੰ 0 ਕਹਿੰਦੇ ਹਨ। ਸਾਨੂੰ e ਪਾਵਰ 2 ਟਾਈਮਸ ax ਪਲਸ y ਮਾਈਨਸ ਮਿਲੇਗੀ। z ਨੂੰ 0 ਕਿਹਾ ਜਾਂਦਾ ਹੈ ਅਤੇ ਸਾਨੂੰ e ਪਾਵਰ x ਪਲਸ y ਮਿਲਦੀ ਹੈ ਅਤੇ ਹੁਣ ਸਾਡੇ ਕੋਲ y ਦੇ ਸੰਬੰਧ ਵਿੱਚ ਅਤੇ ਫਿਰ x ਦੇ ਸੰਬੰਧ ਵਿੱਚ ਸਿਰਫ ਦੋ ਇੰਟੀਗਰਲ ਬਾਕੀ ਹਨ। ਹੁਣ ਅਸੀਂ y ਦੇ ਸੰਬੰਧ ਵਿੱਚ ਹੱਲ ਕਰਾਂਗੇ। ਇਸ ਦਾ ਆਰਡਰ ਸਮਾਨ ਹੀ ਹੋਣਾ ਚਾਹੀਦਾ ਹੈ। ਅਸੀਂ ਉਦਾਹਰਣ ਲਈ ਪਹਿਲਾਂ x ਦੇ ਸੰਬੰਧ ਵਿੱਚ ਇੰਟੀਗਰੇਟ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ x ਇੰਟੀਗਰੇਸ਼ਨ ਵਿੱਚ ਹੈ। ਸਾਡੇ ਕੋਲ ਲਿਮਿਟਸ ਵਿੱਚ x ਵੀ ਹੈ। ਇੱਥੇ ਵੀ ਇਸੇ ਤਰ੍ਹਾਂ ਸਾਨੂੰ ਪਹਿਲਾਂ z ਦੇ ਸੰਬੰਧ ਵਿੱਚ ਅਜਿਹਾ ਕਰਨਾ ਪਵੇਗਾ ਕਿਉਂਕਿ z ਇੰਟੀਗਰੇਟ ਵਿੱਚ x ਅਤੇ y ਸ਼ਾਮਿਲ ਹਨ, ਨਾਲ ਹੀ ਲਿਮਿਟ ਵਿੱਚ ਵੀ x ਅਤੇ y ਸ਼ਾਮਿਲ ਹਨ। ਇਸ ਲਈ ਇਸ ਇਨਰ 1 ਦੀ ਇੰਟੀਗਰੇਸ਼ਨ ਤੋਂ ਬਾਅਦ ਸਾਨੂੰ ਮਿਲਿਆ ਹੈ ਇਸ x ਅਤੇ y ਦਾ ਫੰਕਸ਼ਨ e ਪਾਵਰ 2 ਟਾਈਮਸ x ਪਲਸ y ਮਾਈਨਸ e ਪਾਵਰ x ਪਲਸ y। ਆਰਡਰ ਇੱਥੇ ਇਸੇ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ, ਪਹਿਲਾ ਇਨਰ ਅਤੇ ਫਿਰ ਆਊਟਰ ਅਤੇ ਇਸ ਤਰ੍ਹਾਂ ਕ੍ਰਮ ਦੇ ਵਿੱਚ। ਇੱਥੇ ਜਦੋਂ ਅਸੀਂ x ਅਤੇ y ਦਾ ਇਹ ਫੰਕਸ਼ਨ ਪ੍ਰਾਪਤ ਕਰਦੇ ਹਾਂ, ਅਸੀਂ ਹੁਣ y ਦੇ ਸੰਬੰਧ ਵਿੱਚ ਇੰਟੀਗਰੇਟ ਕਰ ਸਕਦੇ ਹਾਂ। ਇਸ ਲਈ y ਦੇ ਸੰਬੰਧ ਵਿੱਚ ਇਸ ਦਾ ਇੰਟੀਗਰਲ e ਪਾਵਰ 2 ਟਾਈਮਸ, ਹੁਣ ਸਾਡੇ ਕੋਲ ਇੱਥੇ 2 ਹੈ 2 ਟਾਈਮਸ x ਪਲਸ y। ਇਸ ਲਈ 2 ਇੱਥੇ ਡਿਨੋਮੀਨੇਟਰ ਤੇ ਚਲਾ ਜਾਵੇਗਾ। ਲਿਮਿਟਸ 0 ਤੋਂ y ਹਨ। ਹੁਣ ਆਊਟਰ ਇੰਟੀਗਰਲ dx ਮਾਈਨਸ 0 to a, ਇਹ ਇੰਟੀਗਰਲ ਅਤੇ ਇਸ e ਪਾਵਰ x ਪਲਸ y ਦਾ ਇੰਟੀਗਰਲ ਜੋ ਕਿ ਦੁਬਾਰਾ e ਪਾਵਰ x ਪਲਸ y ਹੈ ਅਤੇ ਇਨਰ ਇੰਟੀਗਰਲ ਦੀਆਂ ਲਿਮਿਟਸ ਇਹ ਇੱਥੇ 0 ਤੋਂ x ਹਨ। ਇਸ ਲਈ ਅਸੀਂ ਇੱਥੇ ਹੁਣ ਉਪਰੋਕਤ ਲਿਮਿਟ ਨੂੰ ਸਬਸਟੀਟਿਊਟ ਕਰ ਸਕਦੇ ਹਾਂ। y ਨੂੰ x ਨਾਲ ਬਦਲਿਆ ਜਾਵੇਗਾ, ਇਸ ਲਈ ਸਾਡੇ ਕੋਲ 2x ਹੋਣਗੇ ਅਤੇ ਫਿਰ ਸਾਡੇ ਕੋਲ ਇੱਥੇ 2 ਹੋਵੇਗਾ। ਇਸ ਲਈ ਅਸੀਂ ਇਹ 4x ਐਕਸਪੋਨੈਂਸ਼ੀਅਲ 4x ਹਾਫ ਫੈਕਟਰ ਨਾਲ ਪ੍ਰਾਪਤ ਕਰਾਂਗੇ। ਪਹਿਲਾਂ ਹੀ ਉਹਨਾਂ ਦੇ ਅਤੇ ਫਿਰ ਅਸੀਂ y0 ਲਿਖਾਂਗੇ। ਇਸ ਲਈ ਸਾਨੂੰ 2x ਮਿਲਦਾ ਹੈ। ਇਹ ਇੰਟੀਗਰਲ ਸਾਨੂੰ ਦੇਵੇਗਾ e ਪਾਵਰ 4x ਮਾਈਨਸ e ਪਾਵਰ 2x। ਇੱਥੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ e ਪਾਵਰ 2x ਅਤੇ ਮਾਈਨਸ
e ਪਾਵਰ x, ਇਹ ਮਾਈਨਸ ਸਾਈਨ, ਅਤੇ ਇਹ ਹਾਫ ਅਸੀਂ ਦੋਵਾਂ ਟਰਮ ਤੋਂ ਕਾਮਨ ਲਿਆ ਹੈ, ਇਸ ਲਈ ਅਸੀਂ ਹੁਣ ਇੱਥੇ ਇਹਨਾਂ ਦੋ ਇੰਟੀਗਰਲ ਨੂੰ ਇੱਕ ਵਿੱਚ ਮਿਲਾ ਰਹੇ ਹਾਂ। ਇਸ ਲਈ ਇਹ ਦੋ ਫੈਕਟਰ ਆਉਣਗੇ। ਕਿਉਂਕਿ ਅਸੀਂ ਇਸ ਹਾਫ ਨੂੰ ਇੰਟੀਗਰਲ ਤੋਂ ਬਾਹਰ ਲੈਂਦੇ ਹਾਂ, ਇਸ ਲਈ ਇਹ 2 ਉੱਥੇ ਆਵੇਗਾ। ਅਤੇ e ਪਾਵਰ 2x ਮਾਈਨਸ e ਪਾਵਰ x। ਹੁਣ ਇਹ ਸਾਡਾ ਇੰਟੀਗਰੈਂਟ ਹੈ ਜੋ ਅਸੀਂ ਆਸਾਨੀ ਨਾਲ ਕਰ ਸਕਦੇ ਹਾਂ। ਇਹ e ਪਾਵਰ 4x ਹੈ ਅਤੇ ਇਹ 2 ਮਾਈਨਸ 3e ਪਾਵਰ 2x ਦੇਣਗੇ ਅਤੇ ਫਿਰ ਸਾਡੇ ਕੋਲ ਇੱਥੇ ਮਾਈਨਸ ਪਲਸ ਹੈ, ਇਸ ਲਈ ਇਹ e ਪਾਵਰ 2x ਹੈ, ਇਸ ਲਈ 2e ਪਾਵਰ x। ਇਸ ਨੂੰ ਦੁਬਾਰਾ ਇੰਟੀਗਰੇਟ ਕਰਨਾ ਬਹੁਤ ਆਸਾਨ ਹੈ। ਜੋ ਅਸੀਂ ਪ੍ਰਾਪਤ ਕਰਾਂਗੇ, ਜੇਕਰ ਇੱਥੇ ਐਕਸਪੋਨੈਂਸ਼ੀਅਲ ਇਹ 4x ਹੈ, ਇਸ ਲਈ ਦੁਬਾਰਾ ਮੈਨੂੰ ਥੋੜਾ ਜਿਹਾ ਮੁਲਾਂਕਣ ਕਰਨ ਦਿਓ। ਇੱਥੇ ਸਾਡੇ ਕੋਲ e ਪਾਵਰ 4x ਹੈ, ਇਸ ਲਈ ਇਹ ਇੰਟੀਗਰਲ e ਪਾਵਰ 4x ਓਵਰ 4 ਦੇਵੇਗਾ। ਦੂਸਰਾ ਇੱਕ ਸਾਡੇ ਕੋਲ 3 e ਪਾਵਰ 2x ਬਾਈ 2 ਹੈ ਅਤੇ ਇੱਥੇ ਸਾਡੇ ਕੋਲ 2 ਹੈ। ਅਤੇ ਐਕਸਪੋਨੈਂਸ਼ੀਅਲ x ਤਾਂ ਸਾਡੇ ਕੋਲ ਲਿਮਿਟ 0 ਤੋਂ a ਹੈ, ਲਿਮਿਟ 0 ਤੋਂ a ਅਤੇ ਇਹ ਹਾਫ ਫੈਕਟਰ ਵੀ ਇੱਥੇ ਮੌਜੂਦ ਹੈ, ਇਸ ਲਈ ਹਾਫ। ਹੁਣ ਇਹ ਹਾਫ ਅਤੇ ਜਦੋਂ ਅਸੀਂ ਉੱਥੇ a ਲਿਖਦੇ ਹਾਂ, ਇਸ ਲਈ e ਪਾਵਰ 4a ਬਾਈ 4 ਮਾਈਨਸ 3 ਬਾਈ 2 e ਪਾਵਰ 2a ਅਤੇ ਫਿਰ ਸਾਡੇ ਕੋਲ 2e ਪਾਵਰ a। ਇਸੇ ਤਰ੍ਹਾਂ ਹੋਵੇਗਾ। ਫਿਰ ਮਾਈਨਸ ਸਾਈਨ ਦੇ ਨਾਲ 0 ਨੂੰ ਅਸੀਂ ਇਹ 1 ਓਵਰ 4 ਲਿਖਾਂਗੇ ਅਤੇ ਇੱਥੇ ਦੁਬਾਰਾ 0 1 ਦੇਵੇਗਾ, ਇਸ ਲਈ 3 ਬਾਈ 2 ਅਤੇ ਇੱਥੇ ਇਹ ਮਾਈਨਸ 2 ਹੋਵੇਗਾ। ਇਸ ਲਈ ਅਤੇ ਇਹ ਨਿਸ਼ਚਿਤ ਰੂਪ ਵਿੱਚ ਉਹੀ ਹੈ ਜੋ ਸਾਡੇ ਕੋਲ ਇੱਥੇ e ਪਾਵਰ 4a ਬਾਈ 8 ਹੈ ਅਤੇ ਮਾਈਨਸ 3 ਬਾਰੇ 4, ਇਸ ਲਈ 2 2 4 4 ਇੱਥੇ ਸਾਡੇ ਕੋਲ e ਪਾਵਰ 2a ਅਤੇ ਇਹ 2 ਇਸ ਹਾਫ ਦੇ ਨਾਲ, ਇਸ ਲਈ ਸਾਨੂੰ ਇੱਥੇ e ਪਾਵਰ a ਮਿਲਦਾ ਹੈ। ਅਤੇ ਇੱਕ ਵਾਰ ਜਦੋਂ ਅਸੀਂ ਇਹ ਗਣਨਾ ਕਰਦੇ ਹਾਂ, ਇਹ 4 ਹੈ, ਫਿਰ ਸਾਡੇ ਕੋਲ ਮਾਈਨਸ 1, ਫਿਰ 6 ਅਤੇ ਮਾਈਨਸ 8 ਹੈ। ਇੱਥੇ ਮਾਈਨਸ 3 ਬਾਈ 4 ਪ੍ਰਾਪਤ ਕਰ ਰਹੇ ਹਾਂ ਅਤੇ ਇਹ 1 ਬਾਈ 2 ਹੈ, ਇਸ ਲਈ ਮਾਈਨਸ 3 ਬਾਈ 8। ਇਹ ਇਸ ਸਰਲ ਇੰਟੀਗਰਲ ਦਾ ਮੁਲਾਂਕਣ ਹੈ। ਇਸ ਲਈ ਸਾਨੂੰ ਦੁਬਾਰਾ ਇੰਟੀਗਰਲਜ਼ ਨੂੰ ਇਟੀਰੇਟਿਵਲੀ ਹੱਲ ਕਰਨਾ ਪਵੇਗਾ ਅਤੇ ਫਿਰ ਇਹ ਸਿੰਗਲ ਇੰਟੀਗਰਲ ਬਣ ਜਾਂਦਾ ਹੈ। ਇਸ ਲਈ ਪਹਿਲਾਂ z ਦੇ ਸੰਬੰਧ ਵਿੱਚ, ਫਿਰ y ਦੇ ਸੰਬੰਧ ਵਿੱਚ ਅਤੇ ਅੰਤ ਵਿੱਚ x ਦੇ ਸੰਬੰਧ ਵਿੱਚ ਹੈ। ਇਸ ਲਈ ਅੱਗੇ ਸਾਡੇ ਕੋਲ ਇਹ ਪ੍ਰੋਬਲਮ 2 ਹੈ ਜਿੱਥੇ ਅਸੀਂ ਇਸ ਇੰਟੀਗਰਲ ਅਤੇ ਇਸ r ਦਾ ਮੁਲਾਂਕਣ ਕਰਾਂਗੇ ਅਤੇ ਇਹ ਰੀਜਨ r x = 0 ਨਾਲ ਬਾਉਂਡਡ ਹੈ। ਇਸ ਲਈ y 0 ਲਾਈਨ ਦੇ ਬਰਾਬਰ ਹੈ ਅਤੇ z 0 ਲਾਈਨ ਦੇ ਬਰਾਬਰ ਹੈ ਜਾਂ ਬੁਨਿਆਦੀ ਤੌਰ ਤੇ ਇਹ ਹੁਣ ਪਲੇਨਜ਼ ਹਨ। ਇਸ ਲਈ ਅਸੀਂ 3 ਡਾਇਮੈਂਸ਼ਨਲ ਸਪੇਸ ਬਾਰੇ ਗੱਲ ਕਰ ਰਹੇ ਹਾਂ। ਇਸ ਲਈ ਇਹ x ਜੋ ਕਿ 0 ਦੇ ਬਰਾਬਰ ਹੈ ਅਤੇ ਇੱਥੇ y z ਪਲੇਨ ਹੈ, ਇੱਥੇ y 0 ਦੇ ਬਰਾਬਰ ਹੈ ਅਤੇ ਇਹ x z ਪਲੇਨ ਹੈ ਅਤੇ ਇਹ x y ਪਲੇਨ ਹੈ ਅਤੇ ਸਾਡੇ ਕੋਲ ਇੱਥੇ ਇੱਕ ਹੋਰ ਪਲੇਨ x ਪਲਸ y ਪਲਸ z ਜੋ 1 ਦੇ ਬਰਾਬਰ ਹੈ। ਇਸ ਲਈ ਇਹ ਇੱਕ ਰਾਹੀਂ ਇਸ x ਐਕਸਿਸ ਤੇ ਕਟਿੰਗ ਹੈ ਅਤੇ ਇਸ ਤਰ੍ਹਾਂ z ਤੇ ਇਹ ਦੁਬਾਰਾ 1 ਤੇ ਹਨ ਅਤੇ x ਦੁਬਾਰਾ 1 ਤੇ ਹੈ। ਇਸ ਲਈ ਸਾਡੇ ਕੋਲ ਇੱਥੇ ਇਹ ਸਲਾਂਟਡ ਪਲੇਨ ਹੈ ਅਤੇ ਸਾਡੇ ਕੋਲ ਇਹ 3 ਕੋਆਰਡੀਨੇਟ ਪਲੇਨਜ਼ ਹਨ। x 0 ਦੇ ਬਰਾਬਰ ਹੈ, y 0 ਦੇ ਬਰਾਬਰ ਹੈ ਅਤੇ z 0 ਦੇ ਬਰਾਬਰ ਹੈ। ਇਸ ਲਈ ਇਹ ਸਥਿਤੀ ਹੈ x ਐਕਸਿਸ, y ਐਕਸਿਸ ਅਤੇ z ਐਕਸਿਸ ਅਤੇ ਫਿਰ ਸਾਡੇ ਕੋਲ ਇਹ ਪਲੇਨ ਹੈ ਜੋ ਕਿ ਇਸ ਰਾਹੀਂ ਦਿੱਤਾ ਗਿਆ ਹੈ x ਪਲਸ y ਪਲਸ z 1 ਦੇ ਬਰਾਬਰ ਹੈ ਜੋ ਕਿ ਦਿੱਤਾ ਗਿਆ ਪਲੇਨ ਹੈ। ਇਸ ਲਈ ਸਾਡੇ ਕੋਲ 4 ਪਲੇਨ ਹਨ ਜਿਨ੍ਹਾਂ ਵਿੱਚੋਂ 3 ਸਟੈਂਡਰਡ ਕੋਆਰਡੀਨੇਟ ਪਲੇਨ ਹਨ ਅਤੇ ਫਿਰ ਸਾਡੇ ਕੋਲ ਇੱਕ ਇਹ ਪਲੇਨ x ਪਲਸ y ਪਲਸ ਹੈ z 1 ਦੇ ਬਰਾਬਰ ਹੈ। ਇਸ ਲਈ ਹੁਣ ਅਸੀਂ ਇਸ ਰੀਜਨ r ਦੀ ਲਿਮਿਟ ਫਿਕਸ ਕਰਾਂਗੇ, ਫਿਰ ਇਹ r ਇਸ 3 ਪਲੇਨ ਰਾਹੀਂ ਬਾਉਂਡਡ ਹੈ। ਲਿਮਿਟਸ ਲਿਖਾਂਗੇ। ਹੁਣ ਸਾਡੇ ਕੋਲ ਇੰਟੀਗਰੇਟ 1 ਓਵਰ x ਪਲਸ y ਪਲਸ z ਪਲਸ 1 ਪਾਵਰ 3 ਨਾਲ ਆਓ ਪਹਿਲਾਂ z ਦੇ ਸੰਬੰਧ ਵਿੱਚ, ਫਿਰ y ਦੇ ਸੰਬੰਧ ਵਿੱਚ ਅਤੇ ਫਿਰ x ਦੇ ਸੰਬੰਧ ਵਿੱਚ ਫਿਕਸ ਕਰੀਏ। ਅਸੀਂ ਆਰਡਰ ਵੀ ਬਦਲ ਸਕਦੇ ਹਾਂ ਅਤੇ ਉਸੇ ਅਨੁਸਾਰ ਲਿਮਿਟਸ ਵੀ ਬਦਲ ਜਾਣਗੀਆਂ।
z ਦੇ ਸੰਬੰਧ ਵਿੱਚ ਹੁਣ ਇਸ ਲਈ z ਦੀ ਦਿਸ਼ਾ ਵਿੱਚ ਸਾਡੇ ਕੋਲ x ਐਕਸਿਸ ਹੈ ਅਤੇ y ਐਕਸਿਸ ਹੈ ਅਤੇ ਫਿਰ ਸਾਡੇ ਕੋਲ z ਐਕਸਿਸ ਹੈ ਅਤੇ ਇੱਕ ਪਲੇਨ ਹੈ। ਇੱਥੇ x y ਦੇ ਬਰਾਬਰ ਹੈ। x plus y plus z 1 ਦੇ ਬਰਾਬਰ ਹੈ। ਹੁਣ y ਦੀ ਦਿਸ਼ਾ ਵਿੱਚ ਅਸੀਂ ਪਹਿਲਾ ਫਿਕਸਿੰਗ ਕਰ ਰਹੇ ਹਾਂ, ਇਸ ਲਈ ਅਸੀਂ ਹਮੇਸ਼ਾ z 0 ਦੇ ਬਰਾਬਰ ਹੈ ਤੋਂ ਜਾ ਰਹੇ ਹਾਂ। ਅਸੀਂ ਇਸ 3 ਡਾਇਮੈਂਸ਼ਨਲ ਸਪੇਸ ਵਿੱਚ ਦਾਖਲ ਹੋ ਰਹੇ ਹਾਂ ਅਤੇ ਅਸੀਂ ਇੱਥੇ ਇਹ ਪਲੇਨ ਰਾਹੀਂ ਬਾਹਰ ਨਿਕਲ ਰਹੇ ਹਾਂ ਜੋ x plus y plus z 1 ਦੇ ਬਰਾਬਰ ਹੈ। ਇਸ ਲਈ ਇਹ x plus y plus z 1 ਦੇ ਬਰਾਬਰ ਹੈ। ਇਸ ਲਈ ਇੱਥੋਂ ਅਸੀਂ ਇਹ z ਪ੍ਰਾਪਤ ਕਰ ਸਕਦੇ ਹਾਂ। ਇਸ ਲਈ 1 x y। ਅਸੀਂ ਇਸ 3 ਡਾਇਮੈਂਸ਼ਨਲ ਸਪੇਸ ਰਾਹੀਂ ਇਸ ਵਿੱਚ ਦਾਖਲ ਹੋ ਰਹੇ ਹਾਂ, ਇਸ ਵੋਲਿਊਮ ਰਾਹੀਂ। z 0 ਦੇ ਬਰਾਬਰ ਹੈ ਕਿਉਂਕਿ ਇਹ ਪਲੇਨ ਹੈ। ਸਾਡੇ ਕੋਲ xy ਦੀ ਤਰ੍ਹਾਂ ਪਲੇਨ ਹੈ, ਇਸ ਲਈ ਅਸੀਂ xy ਪਲੇਨ ਰਾਹੀਂ ਦਾਖਲ ਹੋ ਰਹੇ ਹਾਂ ਅਤੇ ਫਿਰ ਹਮੇਸ਼ਾ ਇਸ ਪਲੇਨ ਤੋਂ ਡੋਮੇਨ ਨੂੰ ਛੱਡ ਰਹੇ ਹਾਂ ਜਿਸ ਵਿੱਚ x plus y plus z 1 ਦੇ ਬਰਾਬਰ ਹੈ, ਜਿਸ ਦਾ ਮਤਲਬ ਉੱਥੇ z ਇਹ 1 x y। ਇਸ z ਦੀਆਂ ਲਿਮਿਟਸ ਲਈ ਸਾਡੇ ਕੋਲ z 0 ਦੇ ਬਰਾਬਰ ਤੋਂ ਇਹ z 1 x ਅਤੇ y ਦੇ ਬਰਾਬਰ ਹੈ। z ਦੀਆਂ ਲਿਮਿਟਸ ਹੁਣ ਫਿਕਸਡ ਹਨ। ਇਸ ਲਈ ਹੁਣ ਅਸੀਂ ਕੀ ਕਰਨਾ ਹੈ, ਸਾਨੂੰ ਇਸ ਨੂੰ xy ਪਲੇਨ ਵਿੱਚ ਪ੍ਰੋਜੈਕਟ ਕਰਨਾ ਚਾਹੀਦਾ ਹੈ। ਸਾਡੇ ਵੋਲਿਊਮ ਲਈ ਸਾਨੂੰ ਹੁਣ ਇਸ xy ਵਿੱਚ ਪ੍ਰੋਜੈਕਟ ਕਰਨ ਦੀ ਲੋੜ ਹੈ। ਪਲੇਨ ਕਿਉਂਕਿ z ਐਕਸਿਸ ਵਿੱਚ z ਐਕਸਿਸ ਦੇ ਨਾਲ ਅਸੀਂ ਲਿਮਿਟਸ ਦੀ ਗਣਨਾ ਕੀਤੀ ਹੈ, ਇਸ ਲਈ z 0 to 1 x y ਤੇ ਜਾਵੇਗਾ ਅਤੇ ਹੁਣ ਜੇਕਰ ਅਸੀਂ ਇਸ xy ਪਲੇਨ ਵਿੱਚ ਪ੍ਰੋਜੈਕਟ ਕਰਦੇ ਹਾਂ, ਅਸੀਂ ਕੀ ਪ੍ਰਾਪਤ ਕਰਾਂਗੇ। ਇਸ ਲਈ ਜੇਕਰ ਸਾਡੇ ਕੋਲ ਇੱਥੇ x ਐਕਸਿਸ ਹੈ, ਸਾਡੇ ਕੋਲ y ਐਕਸਿਸ, ਤਾਂ ਇਹ ਪ੍ਰੋਜੈਕਸ਼ਨ ਹੋਵੇਗੀ, ਇਹ ਇੱਥੇ x 1 ਦੇ ਬਰਾਬਰ ਅਤੇ y ਵੀ 1 ਦੇ ਬਰਾਬਰ ਤੇ ਕਟਿੰਗ ਹੈ। ਇਹ ਹੁਣ ਇਸ xy ਪਲੇਨ ਵਿੱਚ ਪ੍ਰੋਜੈਕਸ਼ਨ ਹੈ। ਸਾਨੂੰ ਹੁਣ ਇੱਥੇ x ਅਤੇ y ਲਈ ਸਿਰਫ ਲਿਮਿਟਸ ਨੂੰ ਫਿਕਸ ਕਰਨ ਦੀ ਲੋੜ ਹੈ। ਇਹ ਲਾਈਨ ਦੀ ਇਹ ਇਕੁਏਸ਼ਨ ਵੀ ਕੇਵਲ ਇਸ z ਤੋਂ 0 ਵਿੱਚ ਸੈਟ ਕੀਤੀ ਜਾਵੇਗੀ। ਸਾਡੇ ਕੋਲ x plus y 1 ਦੇ ਬਰਾਬਰ ਹੈ, ਇਸ ਲਈ ਇਹ ਹੁਣ ਪ੍ਰੋਜੈਕਸ਼ਨ ਹੈ ਅਤੇ ਅਸੀਂ ਇਹ ਆਸਾਨੀ ਨਾਲ ਕਰ ਸਕਦੇ ਹਾਂ ਕਿਉਂਕਿ ਅਸੀਂ 2 ਡਾਇਮੈਂਸ਼ਨਲ ਕੇਸ ਵਿੱਚ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਲਿਮਿਟ ਕਿਸ ਤਰ੍ਹਾਂ ਫਿਕਸ ਕਰਨੀ ਹੈ। y ਦੀਆਂ ਲਿਮਿਟਸ ਹੁਣ y ਲਈ ਹੋਣਗੀਆਂ। ਅਸੀਂ ਹੁਣ ਇਸ ਡੋਮੇਨ ਵਿੱਚ ਦਾਖਲ ਹੋ ਰਹੇ ਹਾਂ। ਇੱਥੇ ਪ੍ਰੋਜੈਕਟਡ ਡੋਮੇਨ y ਤੋਂ 0 ਦੇ ਬਰਾਬਰ ਤੋਂ ਹੈ ਅਤੇ ਅਸੀਂ y ਨੂੰ ਛੱਡ ਰਹੇ ਹਾਂ ਜੋ 1 x ਦੇ ਬਰਾਬਰ ਹੈ। ਇਸ ਲਈ y ਦੀਆਂ ਲਿਮਿਟਸ ਵੀ ਸਪਸ਼ਟ ਹਨ ਜੋ y ਤੋਂ 0 ਦੇ ਬਰਾਬਰ ਹਨ ਅਤੇ ਡੋਮੇਨ ਨੂੰ ਇਸ ਤੱਕ ਛੱਡ ਰਿਹਾ ਹੈ y 1 x ਦੇ ਬਰਾਬਰ ਹੈ। ਅਤੇ ਹੁਣ ਇਸ ਦੇ x ਲਈ ਕੀ ਬਚਿਆ ਹੈ, ਇਸ ਲਈ ਕੁਦਰਤੀ ਤੌਰ ਤੇ ਦੁਬਾਰਾ ਅਸੀਂ x ਐਕਸਿਸ ਨੂੰ ਸਾਰਾ ਕੁਝ ਪ੍ਰੋਜੈਕਟ ਕਰ ਸਕਦੇ ਹਾਂ, ਜੋ ਦੇਖਣ ਦਾ ਇੱਕ ਹੋਰ ਤਰੀਕਾ ਹੈ। ਜੇਕਰ ਅਸੀਂ ਹੁਣ ਇਸ x ਐਕਸਿਸ ਨੂੰ ਦੁਬਾਰਾ ਪ੍ਰੋਜੈਕਟ ਕਰਦੇ ਹਾਂ ਤਾਂ ਅਸੀਂ ਇਸ 0 ਤੋਂ 1 ਨੂੰ ਆਸਾਨੀ ਨਾਲ ਪ੍ਰਾਪਤ ਕਰਾਂਗੇ। ਇਹ ਲਾਈਨ ਸੈਗਮੈਂਟ ਓਵਰ x ਐਕਸਿਸ ਫਰੋਮ 0 to 1 ਹੈ। x ਦੀਆਂ ਲਿਮਿਟਸ ਦੇ x ਭਾਗ ਲਈ ਹੁਣ 0 ਤੋਂ 1 ਹੋਵੇਗਾ। ਇਸ 3 ਡਾਇਮੈਂਸ਼ਨਲ ਗਣਨਾ ਵਿੱਚ ਸਭ ਤੋਂ ਵੱਧ ਔਖਾ ਭਾਗ ਹਮੇਸ਼ਾ ਲਿਮਿਟਸ ਬਾਰੇ ਪਤਾ ਲਗਾਉਣਾ ਹੈ। ਟਰਿਕ ਇਹ ਹੈ ਕਿ z ਦੇ ਲਈ ਇਨਰ 1 ਲਈ ਹੈ, ਸਾਨੂੰ ਇਸ ਸਾਰੇ 3 ਡਾਇਮੈਂਸ਼ਨਲ ਵੋਲਿਊਮ ਨੂੰ ਦੇਖਣਾ ਪਵੇਗਾ ਅਤੇ ਦੇਖੋ z ਦੇ ਸੰਬੰਧ ਵਿੱਚ ਜਿੱਥੇ ਅਸੀਂ ਡੋਮੇਨ ਵਿੱਚ ਦਾਖਲ ਹੋ ਰਹੇ ਹਾਂ ਅਤੇ ਕਿਸ ਪੁਆਇੰਟ ਤੇ ਅਸੀਂ ਹਾਂ, ਕਿਸ ਸਰਫੇਸ ਤੇ ਅਸੀਂ ਇਸ ਵੋਲਿਊਮ ਤੋਂ ਬਾਹਰ ਨਿਕਲ ਰਹੇ ਹਾਂ। ਇਸ ਕੇਸ ਵਿੱਚ ਸਰਫੇਸ ਕੁਝ ਸਰਲ ਸੀ ਜਿੱਥੇ ਇਹ ਦਾਖਲ ਹੁੰਦੀ ਹੈ ਜੋ ਕਿ xy ਪਲੇਨ ਸੀ, ਜਿਸ ਦਾ ਮਤਲਬ z ਉੱਥੇ 0 ਸੀ। ਇਸ ਲਈ ਇਹ ਇਸ ਵੋਲਿਊਮ ਵਿੱਚ ਦਾਖਲ ਹੋ ਰਿਹਾ ਹੈ ਜੋ z ਤੋਂ 0 ਦੇ ਬਰਾਬਰ ਹੈ ਅਤੇ ਇਸ ਵੋਲਿਊਮ ਤੋਂ ਇਹ ਐਗਜ਼ਿਟ ਪੁਆਇੰਟ ਇਸ z ਐਕਸਿਸ ਇਹ ਪਲੇਨ zx plus y plus z 1 ਦੇ ਬਰਾਬਰ ਹੈ ਜਾਂ z 1 x y ਦੇ ਬਰਾਬਰ ਹੈ। z ਦੀਆਂ ਲਿਮਿਟਸ ਦੀ ਫਿਕਸਿੰਗ 3 ਹੈ। ਅਸੀਂ ਇਸ ਖਾਸ ਕੇਸ ਵਿੱਚ ਹਾਂ ਜੋ z 0 ਤੋਂ ਚਲਾ ਜਾਂਦਾ ਹੈ ਅਤੇ ਇਹ z ਤੇ ਛੱਡ ਦਿੰਦਾ ਹੈ ਜੋ 1 x y ਹੈ। ਇੱਕ ਵਾਰ ਜਦੋਂ ਅਸੀਂ z ਲਈ y ਵਰਕ ਲਈ ਲਿਮਿਟਸ ਫਿਕਸ ਕਰ ਲੈਂਦੇ ਹਾਂ, ਹੁਣ ਅਸੀਂ ਆਪਣੇ ਇਸ ਇੰਟੀਗ੍ਰੇਸ਼ਨ ਦੇ ਡੋਮੇਨ ਨੂੰ xy ਪਲੇਨ ਪ੍ਰੋਜੈਕਟ ਕਰ ਸਕਦੇ ਹਾਂ ਕਿਉਂਕਿ z ਲਈ ਅਸੀਂ ਪਹਿਲਾਂ ਹੀ ਫਿਕਸ ਕੀਤਾ ਹੋਇਆ ਹੈ। ਇਸ ਲਈ ਹੁਣ xy ਪਲੇਨ ਨੂੰ ਪ੍ਰੋਜੈਕਟ ਕਰਾਂਗੇ ਜਦੋਂ ਇਹ ਵੋਲਿਊਮ ਨੂੰ ਇੱਥੇ ਪ੍ਰੋਜੈਕਟਿੰਗ ਕਰਦੇ ਹੋਵਾਂਗੇ। xy ਪਲੇਨ ਲਈ ਸਾਨੂੰ ਇਹ ਤਿਕੋਣ ਮਿਲੇਗਾ, ਹੋਰ ਕੁਝ ਨਹੀਂ ਪਰ ਇਹ ਤਿਕੋਣ ਜੋ ਇੱਥੇ x ਤੇ ਕੱਟ ਹੈ ਅਤੇ 1 ਦੇ ਬਰਾਬਰ ਹੈ ਅਤੇ y 1 ਦੇ ਬਰਾਬਰ ਹੈ ਸਮੇਤ ਇਹ x ਅਤੇ y x ਐਕਸਿਸ ਵਿੱਚ
ਅਤੇ ਹੁਣ ਇਸ 2 ਡਾਇਮੈਂਸ਼ਨਲ ਵਿੱਚ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਲਿਮਿਟ ਫਿਕਸ ਕਰਨੀ ਹੈ। ਇਸ ਲਈ ਇਸ ਕੇਸ ਵਿੱਚ y ਦੀਆਂ ਲਿਮਿਟਸ ਲਈ ਸਾਡੇ ਕੋਲ 0 ਤੋਂ ਇਸ ਲਾਈਨ ਤੱਕ ਹੈ ਜੋ ਇੱਕ -x ਹੈ ਅਤੇ ਆਊਟਰ ਇੰਟੀਗਰਲ x ਤਦ 0 ਤੋਂ 1 ਬਚਦਾ ਹੈ ਜੋ ਇੱਥੇ ਦਿੱਤਾ ਗਿਆ ਹੈ। ਇਹ ਲਿਮਿਟਸ ਹੋਣ ਤੇ ਅਸੀਂ ਆਸਾਨੀ ਨਾਲ ਗਣਨਾ ਕਰ ਸਕਦੇ ਹਾਂ ਕਿਉਂਕਿ ਇਹ 1 ਉੱਤੇ x + y + z + 1 ਪਾਵਰ ਇਹ 3 ਇੱਥੇ ਹੈ ਅਤੇ ਜੋ ਅਸੀਂ ਇੰਟੀਗਰੇਟ ਕਰ ਸਕਦੇ ਹਾਂ ਇਸ ਲਈ ਪਾਵਰ 2 ਪ੍ਰਾਪਤ ਕਰਾਂਗੇ ਅਤੇ ਇਹ ਇੱਕ -x ਅਤੇ -y ਇਹ ਉਹ ਇੰਟੀਗਰਲ ਹੈ ਜਿਸਦਾ ਹੁਣ ਅਸੀਂ ਮੁਲਾਂਕਣ ਕਰਨਾ ਚਾਹੁੰਦੇ ਹਾਂ। ਇਸ ਲਈ ਇਹ ਜਦੋਂ z ਦੇ ਸੰਬੰਧ ਵਿੱਚ ਇੱਕ ਵਾਰ ਅਸੀਂ ਉੱਪਰਲੀ ਲਿਮਿਟ ਤੇ ਜਾਂਦੇ ਹਾਂ, ਇਸ ਲਈ ਅਸੀਂ ਕੀ ਪ੍ਰਾਪਤ ਕਰਦੇ ਹਾਂ, ਇਹ -1/2 ਇੱਥੇ ਬਾਹਰਲੇ ਪਾਸੇ ਹੋਵੇਗਾ। ਇਸ ਲਈ ਜਦੋਂ ਅਸੀਂ z ਨੂੰ ਇੱਕ -x -y ਦੇ ਬਰਾਬਰ ਲਿਖਾਂਗੇ, ਇਸ ਲਈ y ਅਤੇ x ਕੈਂਸਲ ਹੋਣਗੇ ਅਤੇ ਇਹ ਇੱਕ ਅਸੀਂ ਐਡ ਕਰਾਂਗੇ, ਇਸ ਲਈ 2 ਪਾਵਰ -2 ਹੋਵੇਗਾ ਅਤੇ ਫਿਰ ਇਹ z 0 ਤੇ ਸੈੱਟ ਕੀਤਾ ਜਾਵੇਗਾ। ਸਾਡੇ ਕੋਲ x + y ਅਤੇ +1 ਪਾਵਰ -2 ਹੋਵੇਗਾ ਅਤੇ ਫਿਰ ਸਾਡੇ ਕੋਲ dy ਅਤੇ ਇਹ dx, dy ਅਤੇ dx ਹੋਣਾ ਅਤੇ ਆਊਟਰ ਇਹ ਇੰਟੀਗਰਲ 0 ਤੋਂ 1 ਅਤੇ 0 ਤੋਂ 1 -x ਹੈ। ਅਸੀਂ ਆਸਾਨੀ ਨਾਲ ਅੱਗੇ ਵਧ ਸਕਦੇ ਹਾਂ ਤਾਂ ਜੋ ਸਾਡੇ ਕੋਲ 0 ਤੋਂ 1 ਹੋਵੇ ਅਤੇ 0 ਤੋਂ 1 -x ਨਾਲ ਇਹ -ਅੱਧਾ ਹੋਣਾ ਅਤੇ ਇਹ 1/4 ਹੋਵੇਗਾ। ਇਹ 1 ਉੱਤੇ ਇਹ x + y + 1 -2 ਹੋਵੇਗਾ। ਤਦ ਉਹਨਾਂ ਦੇ ਡਿਨੋਮੀਨੇਟਰ ਵਿੱਚ 2 ਪਲੱਸ ਕਰੋ ਅਤੇ ਤਦ dy dx। ਹੁਣ y ਦੇ ਸੰਬੰਧ ਵਿੱਚ ਸਾਨੂੰ ਇੰਟੀਗਰੇਟ ਕਰਨ ਦੀ ਲੋੜ ਹੈ। ਇਸ ਲਈ ਇੱਥੇ ਇਸ ਸਥਾਨ ਵਿੱਚ ਸਾਨੂੰ 0 ਤੋਂ 1 1/4 ਪ੍ਰਾਪਤ ਹੁੰਦਾ ਹੈ ਅਤੇ y ਦੇ ਸੰਬੰਧ ਵਿੱਚ ਇਹ ਸਿਰਫ y ਰਾਹੀਂ ਹੋਵੇਗਾ ਅਤੇ ਜਦੋਂ ਅਸੀਂ ਸੀਮਾ ਲਿਖਾਂਗੇ ਇਸ ਲਈ ਅਸੀਂ 1/4 ਪ੍ਰਾਪਤ ਕਰਾਂਗੇ ਅਤੇ ਇਹ ਇੱਥੇ ਇੱਕ -x ਹੈ। ਮੇਰੇ ਕੋਲ ਮਾਈਨਸ ਸਾਈਨ ਹੈ, ਇਸ ਲਈ ਸਾਨੂੰ ਪਹਿਲਾਂ ਇਸ ਨੂੰ ਇੰਟੀਗਰੇਟ ਕਰਨ ਦੀ ਲੋੜ ਹੈ। ਇਸ ਲਈ ਅਸੀਂ -2 ਅਤੇ +1 ਪ੍ਰਾਪਤ ਕਰਾਂਗੇ। ਇਸ ਲਈ ਅਸੀਂ ਇਹ 1 ਉੱਤੇ x ਜਮਾ y ਜਮਾ 1 -2 ਅਤੇ +1 ਪ੍ਰਾਪਤ ਕਰਾਂਗੇ। ਇਸ ਲਈ ਇਹ ਵੀ ਪਲੱਸ ਸਾਈਨ ਨਾਲ ਹੋਵੇਗਾ ਅਤੇ ਤਦ ਇੱਥੇ ਅਸੀਂ ਪਹਿਲਾਂ ਹੀ ਸੀਮਾ ਨੂੰ ਬਦਲ ਦਿੱਤਾ ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਇਹ ਸੀਮਾਵਾਂ ਨੂੰ y 0 ਤੋਂ 1 -x ਲਈ ਲਿਖਿਆ ਹੈ ਅਤੇ ਤਦ ਸਭ ਕੁਝ x ਉੱਤੇ ਇੰਟੀਗਰੇਟਿੰਗ ਹੋਵੇਗਾ। ਇੱਥੇ ਇਹਨਾਂ ਲਿਮਿਟਸ y ਲਈ 1 -x ਲਿਖ ਕੇ, ਇਸ ਲਈ ਅਸੀਂ ਦੁਬਾਰਾ ਇਹ 1/2 ਇੱਥੇ ਪ੍ਰਾਪਤ ਕਰਾਂਗੇ ਅਤੇ ਤਦ ਜਦੋਂ ਇਸ ਲਿਮਿਟਸ ਨੂੰ 0 ਲਿਖਾਂਗੇ ਤਾਂ x + 1 ਪ੍ਰਾਪਤ ਕਰਾਂਗੇ ਅਤੇ ਜੋ ਸਾਨੂੰ ਲੌਗਰਿਦਮਿਕ ਦੀਆਂ ਸ਼ਰਤਾਂ ਵਿੱਚ x ਦੇ ਸੰਬੰਧ ਵਿੱਚ ਇੰਟੀਗਰੇਸ਼ਨ ਦੇਵੇਗਾ। ਇਹ ਮੁਲਾਂਕਣ x ਦੇ ਸੰਬੰਧ ਵਿੱਚ ਦੁਬਾਰਾ ਸਰਲ ਹੈ। ਅਸੀਂ ਅਜਿਹਾ ਕਰ ਸਕਦੇ ਹਾਂ ਅਤੇ ਤਦ ਇਸ ਗਣਨਾ ਦਾ ਜਵਾਬ 1/2 ਲਾਗ ਨਾਲ ਬੇਸੀ ਕੁਦਰਤੀ ਤੌਰ ਤੇ ਇੱਥੇ 2 ਹੈ ਜੋ ਇੱਥੇ ਇਸ ਇੰਟੀਗਰਲ ਵਿੱਚ ਬਣ ਜਾਵੇਗਾ ਅਤੇ ਬਾਕੀ ਇੱਥੇ 5/8 ਹੈ। ਇਸ ਟ੍ਰਿਪਲ ਇੰਟੀਗਰਲ ਨੂੰ ਵਰਤਦੇ ਹੋਏ ਆਖਰੀ ਮੁਸ਼ਕਲ, ਅਸੀਂ ਉਸ ਵੋਲਿਊਮ ਨੂੰ ਲੱਭਣਾ ਚਾਹੁੰਦੇ ਹਾਂ ਜੋ ਇਸ ਸਫੇਅਰ ਲਈ ਆਮ ਹੈ। ਸਾਡੇ ਕੋਲ ਇਹ ਸਫੇਅਰ ਵਿੱਚ x² + y² + z² ਸਕੁਏਅਰ ਦੇ ਬਰਾਬਰ ਹੈ ਅਤੇ ਇਹ ਸਰਕੂਲਰ ਸਿਲੰਡਰ ਜੋ ਕਿ x² + y² ਸਕੁਏਅਰ ਦੇ ਬਰਾਬਰ ਦਿੱਤਾ ਗਿਆ ਹੈ। ਇਸ ਲਈ ਇਹ ਦੁਬਾਰਾ ਸਰਕਲ ਹੈ ਜੋ ਅਸੀਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ। ਇਹ ਸਿਫਟਡ ਸਰਕਲ ਹੈ ਜਿੱਥੇ ਰੇਡੀਅਸ a/2 ਹੈ ਅਤੇ ਸੈਂਟਰ a/2 ਅਤੇ 0 ਹੈ ਅਤੇ ਇੱਥੇ ਦਰਸਾਏ ਅਨੁਸਾਰ ਇਸ ਫਿਗਰ ਵਿੱਚ ਇਸ ਲਈ ਸਿਲੰਡਰ ਜਿਸ ਦੀ ਪ੍ਰੋਜੈਕਸ਼ਨ xy ਪਲੇਨ ਉੱਤੇ ਇਸ ਸਰਕਲ ਰਾਹੀਂ ਦਿੱਤੀ ਗਈ ਹੈ ਅਤੇ ਇੱਥੇ ਸੈਂਟਰ a/2 ਅਤੇ 0 ਹੈ। ਜੇਕਰ ਤੁਸੀਂ ਟ੍ਰਿਪਲ ਇੰਟੀਗਰਲ ਦੀ ਵਰਤੋਂ ਕਰਦੇ ਹੋਏ ਵੋਲਿਊਮ ਪਤਾ ਲਗਾਉਣਾ ਚਾਹੁੰਦੇ ਹੋ, ਇਸ ਲਈ ਸਪਸ਼ਟ ਤੌਰ ਤੇ ਉੱਥੇ ਕੋਈ ਹੋਰ ਇੰਟੀਗਰਲ ਨਹੀਂ ਹੈ ਅਤੇ ਸਾਡੇ ਕੋਲ ਇਹ ਇੰਟੀਗਰਲ ਇਸ ਵੀ ਉੱਪਰ ਹੈ ਜੋ ਕਿ ਸਿਲੰਡਰ ਰਾਹੀਂ ਦਿੱਤਾ ਗਿਆ ਹੈ। ਤਦ ਸਾਡੇ ਕੋਲ ਸਫੇਅਰ ਹੈ, ਇਸ ਲਈ ਸਫੇਅਰ ਸਿਲੰਡਰ ਹੈ ਜੋ ਸਫੇਅਰ ਦੀ ਕਟਿੰਗ ਹੈ ਅਤੇ ਉਹ ਭਾਗ ਅਸੀਂ ਵੋਲਿਊਮ ਪਤਾ ਲਗਾਉਣਾ ਚਾਹੁੰਦੇ ਹਾਂ। ਇਸ ਲਈ ਇੱਥੇ ਦੁਬਾਰਾ ਸਭ ਤੋਂ ਜ਼ਰੂਰੀ ਭਾਗ v ਦੀਆਂ ਸੀਮਾਵਾਂ ਦਾ ਪਤਾ ਲਗਾਉਣਾ ਹੈ ਅਤੇ ਹੁਣ ਅਸੀਂ ਪਹਿਲਾਂ z ਦੇ ਸੰਬੰਧ ਵਿੱਚ ਕੀ ਕਰਦੇ ਹਾਂ, ਅਸੀਂ ਲਿਖ ਰਹੇ ਹਾਂ z ਦੀ ਦਿਸ਼ਾ ਵਿੱਚ। ਆਓ 4 ਲਈਏ 4 ਦੀ ਮਲਟੀਪਲੀਕੇਸ਼ਨ ਅਤੇ ਅਸੀਂ ਸਿਰਫ ਇਸ ਸਿਲੰਡਰ
ਦੇ ਉੱਪਰਲੇ ਹਿੱਸੇ ਤੇ ਹੀ ਵਿਚਾਰ ਕਰਾਂਗੇ। ਇਸ ਲਈ ਅਸੀਂ ਹੇਠਲੇ ਹਿੱਸੇ ਨੂੰ ਵੀ ਪ੍ਰਾਪਤ ਕਰਨ ਲਈ ਡਬਲ ਬਣਾਵਾਂਗੇ। ਅਤੇ ਤਦ ਕਿਉਂਕਿ ਸਾਡੇ ਕੋਲ ਗੋਲਾ ਹੈ ਇਸ ਲਈ ਦੁਬਾਰਾ ਇੱਥੇ ਦੋ ਭਾਗ ਹੋਣਗੇ, ਇੱਕ ਅੱਪਰ 1 ਅਤੇ ਦੂਸਰਾ ਲੋਅਰ 1, ਇਸ ਲਈ ਸਮੁੱਚੇ ਤੌਰ ਤੇ ਅਸੀਂ ਇੱਥੇ ਇਸ ਅੱਪਰ ਹਾਲਫ ਤੇ ਵਿਚਾਰ ਕਰੀਏ ਤਦ ਸਾਨੂੰ 4 ਨਾਲ ਮਲਟੀਪਲਾਈਡ ਕਰਨਾ ਪਵੇਗਾ ਸਾਰਾ ਵੋਲਿਊਮ ਪ੍ਰਾਪਤ ਕਰਨ ਲਈ, ਕਿਉਂਕਿ ਇਹ ਸਾਨੂੰ ਹਾਫ ਵੋਲਿਊਮ ਦੇਵੇਗਾ ਕਿਉਂਕਿ ਅਸੀਂ ਇੰਟੀਗਰਲ ਹਾਫ ਹਾਂ ਅਤੇ ਉਸ ਅੱਪਰ ਹਾਫ ਨੂੰ, ਇਸ ਲਈ ਇਹ ਕੁੱਲ ਵੋਲਿਊਮ ਦਾ 1/4 ਹੋਵੇਗਾ, ਇਸ ਲਈ ਅਸੀਂ ਇੱਥੇ 4 ਨਾਲ ਮਲਟੀਪਲਾਈ ਕਰਾਂਗੇ। ਸੀਮਾਵਾਂ। ਹੁਣ ਅਸੀਂ Z ਦੀਆਂ ਸੀਮਾਵਾਂ ਨੂੰ ਫਿਕਸ ਕਰਨਾ ਹੈ, ਇਸ ਲਈ ਇਹ ਸਿਲੰਡਰ ਹੈ ਜੋ Z ਦੀ ਦਿਸ਼ਾ ਵਿੱਚ ਹੈ ਅਤੇ ਇਹ ਉੱਥੇ ਸਫੀਅਰ ਦੀ ਕਟਿੰਗ ਕਰਦਾ ਹੈ, ਇਸ ਲਈ Z ਦੀਆਂ ਸੀਮਾਵਾਂ ਲਈ ਇਸ ਅੱਪਰ ਹਾਫ ਭਾਗ ਲਈ ਕੀ ਅਸੀਂ Z ਤੋਂ Z ਵਿੱਚ ਦਾਖਲ ਹੋ ਰਹੇ ਹਾਂ ਜੋ 0 ਦੇ ਬਰਾਬਰ ਹੈ ਅਤੇ ਅਸੀਂ ਇਸ ਸਫੀਅਰ ਨੂੰ ਛੱਡ ਰਹੇ ਹਾਂ ਇੱਥੇ ਸਫੀਅਰ ਦੇ ਉੱਤੇ ਕਿਉਂਕਿ ਸਿਲੰਡਰ ਉਹ ਸਫੀਅਰ ਨੂੰ ਕੱਟਦਾ ਹੈ ਅਤੇ ਸਾਡਾ ਰੁਚੀ ਇਸ ਕਾਮਨ ਵੋਲਿਊਮ ਨੂੰ ਪ੍ਰਾਪਤ ਕਰਨਾ ਹੈ, ਇਸ ਲਈ ਅਸੀਂ ਇਸ ਸਫੀਅਰ ਰਾਹੀਂ ਇਸ ਡੋਮੇਨ ਤੋਂ ਬਾਹਰ ਨਿਕਲਦੇ ਹਾਂ ਜਿੱਥੇ ਕਿ ਇਸ Z ਲਈ ਅੱਪਰ ਹਾਫ ਵਿੱਚ ਸਕੁਏਅਰ x ਸਕੁਏਅਰ y ਸਕੁਏਅਰ ਇਕੁਏਸ਼ਨ ਹੈ। ਇਲ ਹਿੱਸਾ, ਇਸ ਲਈ Z ਦੀਆਂ ਸੀਮਾਵਾਂ ਹੁਣ 0 ਤੋਂ ਉਸ ਸਫੀਅਰ ਤੱਕ ਸਪਸ਼ਟ ਹਨ ਕਿਉਂਕਿ ਅਸੀਂ ਉਸ ਡੋਮੇਨ ਨੂੰ ਉਸ ਸਫੀਅਰ ਵਿੱਚ ਛੱਡ ਰਹੇ ਹਾਂ ਅਤੇ ਹੁਣ ਇਹ Z ਦਿਸ਼ਾ ਕੀਤੀ ਗਈ ਹੈ, ਅਸੀਂ ਹੁਣ ਇਸ XY ਪਲੇਨ ਨੂੰ ਪ੍ਰੋਜੈਕਟ ਕਰ ਸਕਦੇ ਹਾਂ ਅਤੇ ਇਹ ਇੱਥੇ ਬਿਲਕੁਲ ਪ੍ਰੋਜੈਕਸ਼ਨ ਹੈ। ਸਾਨੂੰ ਹੁਣ ਇਸ ਸੈਮੀ ਸਰਕੂਲਰ ਡਿਸਕ ਤੇ ਸੀਮਾਵਾਂ ਲਗਾਉਣੀਆਂ ਪੈਂਦੀਆਂ ਹਨ। ਇਸ ਕੇਸ ਵਿੱਚ ਹੁਣ Y ਇਸ 0 ਰਾਹੀਂ ਦਾਖਲ ਹੁੰਦਾ ਹੈ ਅਤੇ ਇਹ ਸਰਕਲ ਨੂੰ ਛੱਡਦਾ ਹੈ। Y ਉਹ ਸਰਕਲ ਵਿੱਚ ਚਲਾ ਜਾਂਦਾ ਹੈ ਕਿਉਂਕਿ ਸਰਕਲ ਇਕੁਏਸ਼ਨ x ਸਕੁਏਅਰ ਪਲਸ y ਸਕੁਏਅਰ ਜੋ ਇਹ x ਦੇ ਬਰਾਬਰ ਹੈ, ਇਸ ਲਈ ਇੱਥੋਂ ਅਸੀਂ ax ਅਤੇ -x ਸਕੁਏਅਰ ਅਤੇ ਸਕੁਏਅਰ ਰੂਟ ਪ੍ਰਾਪਤ ਕਰਦੇ ਹਾਂ। ਇਹ ਉੱਪਰਲੀ ਸੀਮਾ ਹੈ ਅਤੇ ਹੁਣ ਇਹ ਦੇ ਲਈ ਅਸੀਂ 0 ਤੋਂ ਇਸੇ ਤੱਕ ਚੱਲਦੇ ਹਾਂ, ਇਸ ਲਈ ਇਹ x 0 ਤੋਂ ਇਹ ਹੈ ਉੱਤੇ, ਇਸ ਲਈ ਦੁਬਾਰਾ ਲਿਮਿਟਸ ਜਿੱਥੇ ਮੁਸ਼ਕਿਲ ਨਹੀਂ ਹਨ। ਇਸ ਵਿਸ਼ੇਸ਼ ਕੇਸ ਵਿੱਚ ਕੇਵਲ ਚੀਜ਼ ਜਿਸ ਦਾ ਅਸੀਂ ਧਿਆਨ ਰੱਖਣਾ ਹੈ ਉਹ Z ਦੀ ਲਿਮਿਟ ਹੈ ਕਿਉਂਕਿ Z ਦੇ ਕੇਸ ਵਿੱਚ ਅਸੀਂ ਇਸ XY ਪਲੇਨ ਰਾਹੀਂ ਦਾਖਲ ਹੁੰਦੇ ਹਾਂ ਪਰ ਅਸੀਂ ਇਸ ਸਫੀਅਰ ਰਾਹੀਂ ਉੱਥੇ Z ਦੀ ਦਿਸ਼ਾ ਵਿੱਚ ਛੱਡਦੇ ਹਾਂ। ਇਸ ਨੂੰ ਆਪਣੇ ਕੋਲ ਰੱਖਦੇ ਹੋਏ ਇੱਕ ਵਾਰ ਅਸੀਂ Z ਦੀਆਂ ਲਿਮਿਟਸ ਸੈੱਟ ਕਰਦੇ ਹਾਂ, ਅਸੀਂ ਇਹ ਕਾਮਨ ਵੋਲਿਊਮ ਨੂੰ XY ਪਲੇਨ ਪ੍ਰੋਜੈਕਟ ਕਰਦੇ ਹਾਂ ਅਤੇ ਇਹ ਸਾਡੇ ਵਿਚਾਰ ਅਨੁਸਾਰ ਸੈਮੀ ਸਰਕੂਲਰ ਡਿਸਕ ਹੋਵੇਗੀ ਅਤੇ ਅਸੀਂ ਇਸ ਲਈ ਲਿਮਿਟਸ ਆਸਾਨੀ ਨਾਲ ਇੱਥੇ ਤੈਅ ਕਰ ਸਕਦੇ ਹਾਂ। ਇਸ ਲਈ ਹੁਣ ਸਾਨੂੰ ਇਸ ਇੰਟੀਗਰਲ ਲਈ ਇੱਥੇ ਸਿਰਫ ਮੁਲਾਂਕਣ ਕਰਨ ਦੀ ਜ਼ਰੂਰਤ ਹੈ ਅਤੇ ਅਸੀਂ Z ਦੇ ਸੰਬੰਧ ਵਿੱਚ ਇਨਰ 1 ਪਹਿਲਾਂ ਇਨਰ 1 ਲਈ ਕਰ ਸਕਦੇ ਹਾਂ, ਇਸ ਲਈ ਉਹ Z ਹੋਵੇਗਾ ਅਤੇ ਫਿਰ ਅਪਰ ਲਿਮਿਟ ਸਕੁਏਅਰ ਰੂਟ 1 ਸਕੁਏਅਰ -x ਸਕੁਏਅਰ y ਸਕੁਏਅਰ d/dx ਅਤੇ ਹੁਣ ਇਹ ਡਬਲ ਇੰਟੀਗਰਲ ਹੈ ਜਿਸ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ, ਇਸ ਲਈ ਅਸੀਂ ਇਸ ਇੰਟੀਗਰਲ ਦਾ ਆਸਾਨੀ ਨਾਲ ਮੁਲਾਂਕਣ ਕਰ ਸਕਦੇ ਹਾਂ। ਦਰਅਸਲ ਪੋਲਰ ਕੋਆਰਡੀਨੇਟਡ ਵਿੱਚ ਬਦਲਾਅ ਜ਼ਿਆਦਾ ਆਸਾਨ ਹੋਵੇਗਾ ਕਿਉਂਕਿ ਅਸੀਂ ਇੱਥੇ x ਸਕੁਏਅਰ y ਸਕੁਏਅਰ ਦੇਖਦੇ ਹਾਂ ਅਤੇ ਸਰਕਲ ਵੀ ਜੋ ਪਹਿਲਾਂ ਹੀ ਦਿੱਤਾ ਗਿਆ ਹੈ ਅਤੇ ਅਸੀਂ ਸਰਕਲ ਦੀ ਪੋਲਰ ਇਕੁਏਸ਼ਨ ਲਈ ਜਾਣਦੇ ਹਾਂ ਜੋ r a cos ਥੀਟਾ ਦੇ ਬਰਾਬਰ ਹੋਵੇਗਾ, ਉਹ ਇੱਥੇ ਸਰਕਲ ਹੋਵੇਗਾ r cos ਥੀਟਾ ਦੇ ਬਰਾਬਰ ਹੈ, ਇਸ ਲਈ ਅਸੀਂ ਇਸ ਪੋਲਰ ਕੋਆਰਡੀਨੇਟ ਵਿੱਚ ਲਿਖਦੇ ਹਾਂ ਤਦ ਇਹ ਆਸਾਨ ਹੋਵੇਗਾ ਕਿਉਂਕਿ r ਇਸ cos ਥੀਟਾ ਤੋਂ ਸਰਕਲ ਤੋਂ ਹੈ ਅਤੇ ਥੀਟਾ 0 ਤੋਂ ਹੋਵੇਗਾ। ਇਸ pi ਨੂੰ 2 ਰਾਹੀਂ ਪੋਲਰ ਕੋਆਰਡੀਨੇਟ ਵਿੱਚ ਇਹ ਮੁਲਾਂਕਣ ਸੌਖਾ ਹੋ ਜਾਂਦਾ ਹੈ ਅਤੇ ਅਸੀਂ ਇਹ ਮੁਲਾਂਕਣ ਪਹਿਲਾਂ ਵੀ ਕਰ ਚੁੱਕੇ ਹਾਂ। ਇਸ ਦਾ ਮੁਲਾਂਕਣ ਕਰਨ ਲਈ ਅਸੀਂ ਪੋਲਰ ਕੋਆਰਡੀਨੇਟ ਨੂੰ ਬਦਲਾਂਗੇ, r 0 ਤੋਂ ਇਸ ਸਰਕਲ ਤੱਕ ਜਾਵੇਗਾ, ਇਸ ਲਈ ਇਸ 0 ਤੋਂ ਅਤੇ ਇਸ ਸਰਕਲ ਤੱਕ ਇੱਥੇ r 0 ਦੇ ਬਰਾਬਰ ਹੈ ਅਤੇ r ਇਸ cos ਥੀਟਾ ਦੇ ਬਰਾਬਰ ਹੈ, ਇਹ ਇਸ r ਅਤੇ ਥੀਟਾ ਲਈ ਸੀਮਾ ਹੈ। ਸਾਡੇ ਕੋਲ 0 ਤੋਂ pi 2 ਰਾਹੀਂ ਹੈ ਅਤੇ ਇਹ 4 ਪੂਰਾ ਵੋਲਿਊਮ ਪ੍ਰਾਪਤ ਕਰਨ ਲਈ ਹੈ ਅਤੇ ਸਾਡੇ ਕੋਲ ਸਕੁਏਅਰ -ar ਸਕੁਏਅਰ ਹੈ, ਇਸ ਲਈ x ਸਕੁਏਅਰ y ਸਕੁਏਅਰ ਲਈ ਸਾਡੇ ਕੋਲ r ਸਕੁਏਅਰ r d ਥੀਟਾ ਹੈ। ਇਹ ਅਸੀਂ ਦੁਬਾਰਾ ਕਰ ਸਕਦੇ ਹਾਂ, ਇਹ ਇੱਕ ਸਾਧਾਰਨ ਚੰਗੀ ਤਰ੍ਹਾਂ ਜਾਣਿਆ ਹੋਇਆ ਫੰਕਸ਼ਨ ਹੈ ਜਿਸ ਨੂੰ ਅਸੀਂ ਇੰਟੀਗਰੇਟ ਕਰ ਸਕਦੇ ਹਾਂ ਕਿਉਂਕਿ r ਉੱਥੇ ਪਹਿਲਾਂ ਹੀ ਦਿੱਤਾ ਹੋਇਆ ਹੈ ਅਤੇ ਤਦ ਅਸੀਂ ਲੋਅਰ ਅਤੇ ਅੱਪਰ ਸੀਮਾਵਾਂ ਰੱਖ ਸਕਦੇ ਹਾਂ, ਇਸ ਲਈ ਇਸ ਕੇਸ ਵਿੱਚ ਇਹ sin q ਥੀਟਾ -1 ਅਤੇ d ਥੀਟਾ
ਨਾਲ ਫੈਕਟਰ ਆਫ -4/3 ਕਿਊਬ ਹੈ। ਪਰ ਅਸੀਂ ਇਹ ਪਛਾਣ ਇੱਥੇ ਜਾਣਦੇ ਹਾਂ ਇਹ ਸਾਈਨ 3 ਥੀਟਾ 3 ਸਾਈਨ ਥੀਟਾ -4 ਸਾਈਨ ਕਿਊਬ ਥੀਟਾ ਹੈ। ਇਸ ਲਈ ਇਹ ਸਾਈਨ ਕਿਊਬ ਥੀਟਾ ਨੂੰ ਅਸੀਂ ਸਾਈਨ 3 ਥੀਟਾ ਅਤੇ ਸਾਈਨ ਥੀਟਾ ਦੀਆਂ ਟਰਮਜ਼ ਵਿੱਚ ਲਿਖ ਸਕਦੇ ਹਾਂ, ਜਿਨ੍ਹਾਂ ਨੂੰ ਇੰਟੀਗਰੇਟ ਕਰਨਾ ਆਸਾਨ ਹੈ। ਅਸੀਂ ਸਾਈਨ ਥੀਟਾ ਨੂੰ ਇੰਟੀਗਰੇਟ ਕਰ ਸਕਦੇ ਹਾਂ। ਅਸੀਂ ਸਾਈਨ 3 ਥੀਟਾ ਨੂੰ ਵੀ ਇੰਟੀਗਰੇਟ ਕਰ ਸਕਦੇ ਹਾਂ। ਇਸ ਲਈ ਇਹ ਸਾਈਨ ਕਿਊਬ ਥੀਟਾ ਨੂੰ ਅਸੀਂ ਇਸ ਦੀ ਪਛਾਣ ਤੋਂ ਬਦਲ ਸਕਦੇ ਹਾਂ, ਸਾਈਨ ਥੀਟਾ ਅਤੇ ਸਾਈਨ 3 ਥੀਟਾ ਦੀ ਟਰਮਜ਼ ਵਿੱਚ। ਅਤੇ ਇਸ ਸਿੰਗਲ ਇੰਟੀਗਰਲ ਦੇ ਮੁਲਾਂਕਣ ਤੋਂ ਬਾਅਦ ਅਸੀਂ 3a ਕਿਊਬ ਤੋਂ 2 ਪ੍ਰਾਪਤ ਕਰਾਂਗੇ ਅਤੇ pi-a4/3। ਇੱਥੇ ਸਿੱਟੇ ਵਜੋਂ ਅਸੀਂ ਟ੍ਰਿਪਲ ਇੰਟੀਗਰਲ ਦੇ ਸਰਲ ਬੁਨਿਆਦੀ ਮੁਲਾਂਕਣ ਰਾਹੀਂ ਲੰਘਾਂਗੇ। ਅਤੇ ਸਭ ਤੋਂ ਮੁਸ਼ਕਿਲ ਭਾਗ ਕੀ ਸੀ? ਇਹ ਸੀਮਾ ਨੂੰ ਫਿਕਸ ਕਰਨਾ ਸੀ। ਅਤੇ ਇੱਥੇ ਟ੍ਰਿਕ ਇਹ ਹੈ ਕਿ ਪਹਿਲਾਂ ਅਸੀਂ z ਦੀ ਉਦਾਹਰਨ ਦੀ ਸੀਮਾ ਨੂੰ ਫਿਕਸ ਕਰਾਂਗੇ। ਅਸੀਂ ਇਹ x ਜਾਂ y ਨਾਲ ਕਰ ਸਕਦੇ ਹਾਂ, ਪਰ z ਦੀ ਸੀਮਾ ਫਿਕਸ ਕਰਨ ਲਈ ਸਾਨੂੰ ਇਹ ਦੇਖਣਾ ਪਵੇਗਾ ਕਿ ਅਸੀਂ ਕਿੱਥੋਂ ਸਾਰੇ ਵੋਲਿਊਮ ਵਿੱਚ ਦਾਖਲ ਹੋ ਰਹੇ ਹਾਂ ਅਤੇ ਕਿਸ ਪੁਆਇੰਟ ਤੇ, ਕਿਸ ਸਰਫੇਸ ਤੇ ਅਸੀਂ ਵੋਲਿਊਮ ਤੋਂ ਬਾਹਰ ਨਿਕਲ ਰਹੇ ਹਾਂ। ਇਸ ਲਈ ਇਹ ਹੋਵੇਗਾ, ਉਦਾਹਰਨ ਲਈ z ਦੀ ਦਿਸ਼ਾ ਲਈ ਲਿਮਿਟ। ਅਤੇ ਇੱਕ ਵਾਰ ਅਸੀਂ ਇਹ ਇੱਕ ਦੇ ਸੰਬੰਧ ਵਿੱਚ ਫਿਕਸ ਕਰਦੇ ਹਾਂ, ਅਸੀਂ ਸਾਰੇ ਵੋਲਿਊਮ ਨੂੰ ਹੋਰ ਪਲੇਨ ਨਾਲ ਪ੍ਰੋਜੈਕਟ ਕਰਦੇ ਹਾਂ। ਇਸ ਲਈ ਜੇਕਰ ਅਸੀਂ ਪਹਿਲਾਂ ਹੀ z ਦੇ ਸੰਬੰਧ ਵਿੱਚ ਪਹਿਲਾਂ ਹੀ ਫਿਕਸ ਕੀਤਾ ਹੈ, ਤਦ ਅਸੀਂ ਜਿਓਮੈਟਰੀ ਦੇ ਵੋਲਿਊਮ ਨੂੰ xy ਪਲੇਨ ਤੱਕ ਪ੍ਰੋਜੈਕਟ ਕਰ ਸਕਦੇ ਹਾਂ। ਅਤੇ ਇੱਕ ਵਾਰ ਜਦੋਂ ਅਸੀਂ xy ਪਲੇਨ ਨੂੰ ਪ੍ਰੋਜੈਕਟ ਕਰਦੇ ਹਾਂ, ਅਸੀਂ 2 ਡਾਇਮੈਂਸ਼ਨ ਵਿੱਚ ਹੁੰਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ 2 ਡਾਇਮੈਂਸ਼ਨਲ ਕੇਸ ਦੀ ਲਿਮਿਟ ਕਿਵੇਂ ਫਿਕਸ ਕਰਨੀ ਹੈ। ਇਹ ਉਹ ਹਵਾਲੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਲੈਕਚਰਾਂ ਨੂੰ ਤਿਆਰ ਕਰਨ ਲਈ ਕੀਤੀ ਹੈ। ਧੰਨਵਾਦ।